सो हेलो दोस्तों किवें हो सारे उम्मीद है सारे बहुत ਵਧੀਆ ਹੋਵੋਗੇ। सो बच्चों ਅੱਜ ਆਪਾਂ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਪੋਲੀਟੀਕਲ ਦਾ ਇੱਕ ਜਿਹੜਾ ਕਿ ਆਪਣਾ ਪਾਰਟ ਹੈਗਾ ਜਿਹਨੂੰ ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਾ ਜਾਂਦਾ ਹੈਗਾ ਉਹਦੇ ਬਾਰੇ ਚਰਚਾ ਕਰ ਦਿਆਂਗੇ। ਸੋ ਅੱਜ ਜਿਹੜਾ ਆਪਾਂ ਟੌਪਿਕ ਪੜ੍ਹਨਾ ਹੈਗਾ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਅੱਜ ਦਾ ਆਪਣਾ ਟੌਪਿਕ ਹੈ ਪ੍ਰੀਐਮਬਲ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦਾ ਪ੍ਰੀਐਮਬਲ। ਸੋ ਪ੍ਰੀਐਮਬਲ ਪੜਾਂਗੇ ਆਪਾਂ ਪ੍ਰੀਐਮਬਲ ਆ ਜਿਹੜਾ ਸੌਰੀ ਪੈਨ ਚੂਜ਼ ਕਰੀਏ ਆਪਾਂ। ਸੋ ਜੋ ਆਪਣਾ ਪ੍ਰੀਐਮਬਲ ਆ ਇੰਡੀਆ ਦਾ ਪ੍ਰੀਐਮਬਲ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਪ੍ਰੀਐਮਬਲ ਆਗਾ। ਸੋ ਜਿਹੜਾ ਪ੍ਰੀਐਮਬਲ ਵਰਡ ਕਿੱਥੋਂ ਨਿਕਲਿਆ ਜਿਹੜਾ ਇਹ ਵਰਡ ਆ ਪਹਿਲਾਂ ਓਰੀਜਨ ਦੇਖਦੇ ਆਪਾਂ ਕਿ ਵਰਡ ਦਾ ਓਰੀਜਨ ਕਿੱਥੋਂ ਹੋਇਆ ਕਿ ਵਰਡ ਕਿੱਥੋਂ ਆਇਆ। ਜਿਹੜਾ ਪ੍ਰੀਐਮਬਲ ਆ ਪ੍ਰੀਐਮਬਲ ਵਰਡ ਆਪਣਾ ਲੈਟਿਨ ਭਾਸ਼ਾ ਦਾ ਵਰਡ ਆ। ਓਕੇ ਲੈਟਿਨ ਭਾਸ਼ਾ ਦਾ ਵਰਡ ਹੈਗਾ। ਸੋ ਲੈਟਿਨ ਭਾਸ਼ਾ ਦੇ ਕਿਹੜੇ ਵਰਡ ਤੋਂ ਨਿਕਲਿਆ ਇਹ ਨਿਕਲਿਆ ਆਪਣਾ ਪ੍ਰੀਐਮਬਲੂਸ ਤੋਂ ਲਿਖਿਆ ਤੇ ਪ੍ਰੀਐਮਬਲੂਸ ਦਾ ਮਤਲਬ ਹੁੰਦਾ ਇੰਟਰੋਡਕਸ਼ਨ। ਸੋ ਇੰਟਰੋਡਕਸ਼ਨ ਮਤਲਬ ਕਿ ਆਪਾਂ ਕੋਈ ਵੀ ਟੌਪਿਕ ਸ਼ੁਰੂ ਕਰਦੇ ਆ फस्ट आप की करते हैं उस टॉपिक की इंट्रोडक्शन देने हैं। ओके सो जो अपनी कोई बुक होगी आप कोई बुक परचेज करते हैं या फिर आप कोई किताब लैके आने हैं कुछ भी ला लो आप कोई टॉपिक स्टार्ट करते हैं सब तो पहला की करते हैं उस टॉपिक की इंट्रोडक्शन देने हैं कि अपर अंदर बुक के विच की हैगा। जो कोई भी बुक आती है कोई भी आप पेपर जो पेपर एग्जाम्पल ले लें आप एग्जाम के जाने हैं एग्जाम आप अपना लिखते हैं क्वेश्चन अटैम्प्ट करते हैं सब तो पहला की करते हैं सब तो पहला आप इंट्रोडक्शन लिखते हैं। इंट्रोडक्शन क्यों लिख देंगे कि इंट्रोडक्शन के पता चल जाता कि जी अंदर जो क्वेश्चन का आंसर लिखा होगा ਉਹ ਕੀ ਕੁਝ ਆਪਾਂ ਲਿਖਣਾ ਹੈ। ਠੀਕ ਹੈ ਸੋ ਕਹਿਣ ਦਾ ਕੀ ਭਾਵ ਆ ਜਿਹੜਾ ਬੁੱਕ ਦੇ ਅੰਦਰ ਸਾਰਾ ਮਟੀਰੀਅਲ ਹੈਗਾ ਉਹਦਾ ਇੱਕ ਨਿਚੋੜ ਆ ਇੱਕ ਉਹਦੀ ਸਮਰੀ ਆ ਉਹ ਸਾਰੀ ਦੀ ਸਾਰੀ ਇੰਟਰੋਡਕਸ਼ਨ ਦੇ ਵਿੱਚ ਲਿਖੀ ਜਾਂਦੀ ਆ। ਸੋ ਪ੍ਰੀਐਮਬਲ ਦਾ ਮਤਲਬ ਕੀ ਆ ਇੰਟਰੋਡਕਸ਼ਨ। ਓਕੇ ਸੋ ਪ੍ਰੀਐਮਬਲ ਦਾ ਮਤਲਬ ਕੀ ਆ ਇੰਟਰੋਡਕਸ਼ਨ ਤੇ ਪ੍ਰੀਐਮਬਲ ਨੂੰ ਹੋਰ ਕੀ ਕਿਹਾ ਜਾਂਦਾ ਹੈਗਾ ਪ੍ਰੀਐਮਬਲ ਨੂੰ ਕਿਹਾ ਜਾਂਦਾ ਹੈਗਾ ਦਾ ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ। ਸੋ ਬਲੂਪ੍ਰਿੰਟ ਕੀ ਹੁੰਦਾ ਹੈਗਾ ਸੋ ਬਲੂਪ੍ਰਿੰਟ ਕੀ ਹੁੰਦਾ ਹੈਗਾ ਛਾਪਾ। ਜਦੋਂ ਆਪਾਂ ਦੇਖ ਦਿਆਂਗੇ ਕਿ ਪਹਿਲਾਂ ਲੇਡੀਜ਼ ਕੀ ਕਰਦੀਆਂ ਸੀਗੀਆਂ ਕਿ ਕੋਈ ਵੀ ਚੀਜ਼ ਆਪਣੇ ਕੱਪੜੇ ਦੇ ਉੱਤੇ ਬਣਾਉਣ ਵਾਸਤੇ ਕਦੇ ਸੂਟ ਤੇ ਕਢਾਈ ਕਰਦੀਆਂ ਸੀ ਉਹਦੇ ਵਾਸਤੇ ਉਹ ਛਾਪਾ ਤਿਆਰ ਕਰਦੀਆਂ ਸੀਗੀਆਂ। ਉਹ ਕੋਈ ਛਾਪਾ ਇਦਾਂ ਦਾ ਹੁੰਦਾ ਸੀਗਾ ਜਿਵੇਂ ਇਹ ਆਪਣਾ ਇੱਕ ਪੇਪਰ ਆ ਪੇਪਰ ਦੇ ਉੱਪਰ ਨਾ ਜਿਵੇਂ ਡਾਟ ਜੇ ਇਦਾਂ ਡਾਟ ਲੱਗੇ ਹੁੰਦੇ ਸੀ ਵਾਧੂ ਸਾਰੇ। ਸੋ ਡਾਟ ਦੇ ਉੱਪਰ ਅਗਰ ਉਹ ਸ਼ਾਈ ਭਰਦੇ ਸੀਗੇ ਤਾਂ ਉਹ ਪੂਰਾ ਮਤਲਬ ਕਿ ਇਹਦਾ ਪੀ ਬਣ ਜਾਂਦੀ ਸੀਗੀ। ਕੁਝ ਵੀ ਚੀਜ਼ ਜੇ ਕੋਈ ਫਲਾਵਰ ਲਾ ਲਓ ਕੋਈ ਨੇਮ ਲਾ ਲਓ ਜਾਂ ਆਪਾਂ ਕੋਈ ਫੁੱਲ ਬੂਟੀਆਂ ਲਾ ਲਓ ਇਦਾਂ ਦਾ ਕੁਝ ਵੀ ਲਾ ਲਓ XYZ। ਸੋ ਇਹਨੂੰ ਆਪਾਂ ਬਲੂਪ੍ਰਿੰਟ ਕਹਿ ਦਿੰਦੇ ਨਕਸ਼ਾ ਕਹਿ ਲਓ। ਆਪਾਂ ਕਾਪੀ ਆਪਣੇ ਘਰ ਬਣਾਉਣੇ ਹੈਗੇ ਕੋਈ ਬਿਲਡਿੰਗ ਬਣਾਉਣੀ ਹੈ ਸੋ ਬਿਲਡਿੰਗ ਦਾ ਪਹਿਲਾਂ ਨਕਸ਼ਾ ਤਿਆਰ ਹੁੰਦਾ ਨਕਸ਼ੇ ਨੂੰ ਹੀ ਬਲੂਪ੍ਰਿੰਟ ਕਿਹਾ ਜਾਂਦਾ। ਸੋ ਇਹ ਕੀ ਸੀ ਆਪਣਾ ਇੰਡੀਅਨ ਕਨਸਟੀਟਿਊਸ਼ਨ ਦਾ ਬਲੂਪ੍ਰਿੰਟ ਕਿਹਾ ਜਾਂਦਾ। ਕਿਹਨੂੰ ਕਿਹਾ ਜਾਂਦਾ ਹੈਗਾ ਕੁਐਸਚਨ ਫਰੇਮ ਹੁੰਦਾ ਹੈਗਾ ਪ੍ਰੀਐਮਬਲ ਨੂੰ ਆਪਣੇ ਇੰਡੀਅਨ ਕਨਸਟੀਟਿਊਸ਼ਨ ਦਾ ਬਲੂਪ੍ਰਿੰਟ ਕਿਹਾ ਜਾਂਦਾ। ਓਕੇ ਸੋ ਇਹ ਜੇ ਆਪਾਂ ਪ੍ਰੀਐਮਬਲ ਪੜ੍ਹਦੇ ਕਿਉਂ ਆ ਇਹਦੇ ਮੇਨ ਮੋਟਿਵ ਕੀ ਹੈ ਪ੍ਰੀਐਮਬਲ ਪੜ੍ਹਨ ਦਾ ਇੱਕ ਤਾਂ ਆਪਾਂ ਨੂੰ ਇੰਟਰੋਡਕਸ਼ਨ ਦਾ ਪਤਾ ਲੱਗ ਗਿਆ। ਓਕੇ ਫਸਟ ਇਹ ਆਪਾਂ ਨੂੰ ਆਬਜੈਕਟਿਵ ਪਤਾ ਲੱਗਦੇ ਹੈਗੇ ਕਿ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਆ ਉਹਦੇ ਆਬਜੈਕਟਿਵ ਕੀ ਹੈਗੇ। ਭਾਰਤ ਦੇ ਸੰਵਿਧਾਨ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਕਿ ਜਿਹੜੇ ਆਪਣੇ ਇੰਡੀਆ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਲੋਕ ਰਹਿ ਰਹੇ ਹੈਗੇ ਉਹਨਾਂ ਨੂੰ ਕਿੱਦਾਂ ਰੱਖਣਾ ਹੈਗਾ ਕੀ ਉਹਨਾਂ ਦੀ ਰੂਲ ਐਂਡ ਰੈਗੂਲੇਸ਼ਨਸ ਨੇ ਕੀ ਉਹਨਾਂ ਨੂੰ ਪਾਵਰਸ ਦੇ ਰੱਖੇ ਨੇ ਕਿਹੜੇ ਡਿਪਾਰਟਮੈਂਟ ਨੂੰ ਕਿੰਨੀਆਂ ਕੁ ਪਾਵਰ ਨੇ ਤੇ ਕਿੰਨੀ ਕੁ ਲਿਮਿਟ ਤੱਕ ਪਾਵਰ ਨੇ ਸਭ ਕੁਝ ਕਿਹਦੇ ਵਿੱਚ ਲਿਖਿਆ ਹੋਏਗਾ ਆਪਣਾ ਪ੍ਰੀਐਮਬਲ ਦੇ ਵਿੱਚ ਲਿਖਿਆ ਦੱਸਿਆ ਹੋਏਗਾ ਕਿ ਕਿੱਦਾਂ ਕਿੱਦਾਂ ਆਪਾਂ ਉਹਨਾਂ ਨੂੰ ਆਪਣਾ ਕੀ ਕਹਿੰਦੇ ਹੈਗੇ ਕਿੱਦਾਂ ਕਿੱਦਾਂ ਉਹਨਾਂ ਨੂੰ ਲੈ ਕੇ ਚੱਲਣਾ ਹੈਗਾ ਪੀਸਫੁਲੀ ਆਪਾਂ ਆਪਣੀ ਕੰਟਰੀ ਨੂੰ ਰਨ ਕਰਨਾ। ਓਕੇ ਸੋ ਨੈਕਸਟ ਆਪਣਾ ਹੈਗਾ ਪ੍ਰਿੰਸੀਪਲ। ਸੋ ਉਹਦੇ ਵਿੱਚ ਆਪਾਂ ਨੂੰ ਜੇ ਪੜ੍ਹਦੇ ਹੈਗੇ ਮੇਨ ਆਪਣੇ ਜਿਹੜੇ 9 ਆਪਾਂ ਨੂੰ ਵਰਡ ਦਿੱਤੇ ਹੋਏਗੇ ਉਹਨਾਂ ਤੋਂ ਆਪਣਾ ਕਲੀਅਰੀਫਾਈ ਹੁੰਦਾ ਕਿ ਆਪਣਾ ਜਿਹੜਾ ਇੰਡੀਆ ਹੈਗਾ ਇੰਡੀਆ ਕਿੱਦਾਂ ਦਾ ਹੈਗਾ ਇੰਡੀਆ ਕੰਟਰੀ ਕਿੱਦਾਂ ਦੀ ਹੈ। ਓਕੇ ਸੋ ਪ੍ਰੀਐਮਬਲ ਤੋਂ ਪੂਰਾ ਇੰਡੀਆ ਦਾ ਹੀ ਪਤਾ ਲੱਗ ਜਾਂਦਾ ਕਿ ਇੰਡੀਆ ਕਿੱਦਾਂ ਵਰਕ ਕਰਦਾ ਹੈਗਾ ਪੀਸਫੁਲੀ ਤੇ ਆਪਣੇ ਪਰਪਸ ਕਿ ਪ੍ਰੀਐਮਬਲ ਦਾ ਪਰਪਸ ਕੀ ਹੈਗਾ ਆਪਣੇ ਸੰਵਿਧਾਨ ਆ ਜਿਹੜਾ ਪ੍ਰੀਐਮਬਲ ਤੋਂ ਹੀ ਪਤਾ ਲੱਗ ਜਾਂਦਾ ਕਿ ਸੰਵਿਧਾਨ ਜਿਹੜਾ ਬਣਿਆ ਹੈਗਾ ਭਾਰਤ ਦਾ ਸੰਵਿਧਾਨ ਬਣਿਆ ਉਹਦਾ ਪਰਪਸ ਕੀ ਹੈਗਾ ਲੋਕਾਂ ਨੂੰ ਕਿੱਦਾਂ ਰਨ ਕਰਨਾ ਸਾਰਾ ਕੁਝ ਕਿਹਦੇ ਪਤਾ ਲੱਗ ਜਾਂਦਾ ਪਰ ਪ੍ਰੀਐਮਬਲ ਦੇ ਵਿੱਚ ਜਿਹੜੇ 9 ਵਰਡ ਦਿੱਤੇ ਹੈਗੇ ਉਹਨਾਂ ਤੋਂ ਪਤਾ ਲੱਗ ਜਾਂਦਾ। ਨੈਕਸਟ ਇਹ ਇੰਡੈਕਸ ਆ ਕਿ ਇੰਡੈਕਸ ਮਤਲਬ ਕਿ ਜਿਵੇਂ ਆਪਣਾ ਬੁੱਕਸ ਦੇ ਵਿੱਚ ਫਸਟ ਪੇਜ ਤੇ ਆਪਾਂ ਨੂੰ ਇੰਡੈਕਸ ਦਿੱਤਾ ਹੁੰਦਾ ਕਿ ਇੰਨੇ ਨੰਬਰ ਪੇਜ ਤੇ ਆਹ ਸੋ ਇਹਦੇ ਵਿੱਚ ਆਪਾਂ ਨੂੰ ਪ੍ਰੀਐਮਬਲ ਦੇ ਵਿੱਚ ਇੰਡੈਕਸ ਦੇ ਵਿੱਚ ਕੀ ਦਿੱਤਾ ਹੈਗਾ ਪ੍ਰੀਐਮਬਲ ਦੇ ਵਿੱਚ ਦੱਸਿਆ ਹੋਏਗਾ ਕਿ ਜਿਹੜਾ ਆਪਾਂ ਇੰਡੀਅਨ ਦਾ ਕਨਸਟੀਟਿਊਸ਼ਨ ਆ ਇੰਡੀਆ ਕਨਸਟੀਟਿਊਸ਼ਨ ਆ ਭਾਰਤ ਦਾ ਸੰਵਿਧਾਨ ਆ ਜਿਹੜਾ ਉਹਦੇ ਅੰਦਰ ਆਪਾਂ ਨੂੰ ਕੀ ਕੁਝ ਦਿੱਤਾ ਹੋਇਆ। ਓਕੇ ਸੋ ਜਿਹੜੇ 9 ਵਰਡ ਆ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ 9 ਵਰਡ ਆਪਾਂ ਨੂੰ ਪ੍ਰੀਐਮਬਲ ਦੇ ਵਿੱਚ ਦਿੱਤੇ ਹੋਏ ਹੈਗੇ ਉਹ 9 ਵਰਡ ਦੇ ਆਪਾਂ ਮੀਨਿੰਗ ਹੀ ਆਪਾਂ ਨੂੰ ਸਾਰਾ ਆਪਣਾ ਸੰਵਿਧਾਨ ਪਲੱਸ ਆਪਣਾ ਜਿਹੜਾ ਦੇਸ਼ ਆ ਕਿਵੇਂ ਰਨ ਕਰਨਾ ਉਹ ਸਾਰੇ ਮੀਨਿੰਗ ਹੀ ਆਪਾਂ ਨੂੰ ਉਹ 9 ਵਰਡ ਤੋਂ ਹੀ ਪਤਾ ਲੱਗ ਜਾਂਦੇ ਨੇ। ਓਕੇ ਸੋ ਆਪਾਂ ਉਹ 9 ਵਰਡ ਦੇਖਦੇ ਹਾਂ ਕਿਹੜੇ ਕਿਹੜੇ ਨੇ। ਸੋ ਫਸਟ ਆਪਾਂ ਉਹ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਹਿਸਟਰੀ ਦੇਖਦੇ ਹਾਂ ਪਹਿਲਾਂ ਕਿ ਜੋ ਪ੍ਰੀਐਮਬਲ ਆ ਪ੍ਰੀਐਮਬਲ ਕਿਵੇਂ ਐਡ ਆਨ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਆਪਣਾ ਜਿਹੜਾ ਸੰਵਿਧਾਨ ਆ ਉਹ ਅਲੱਗ-ਅਲੱਗ ਦੇਸ਼ ਤੋਂ ਬੋਰੋ ਕੀਤਾ ਗਿਆ ਹੈਗਾ ਉਧਾਰ ਲਿੱਤਾ ਗਿਆ ਹੈਗਾ ਜਿਹੜੇ ਮੇਨ ਫੀਚਰ ਸੀਗੇ ਜਿਹੜੇ ਆਪਾਂ ਨੂੰ ਵਧੀਆ ਲੱਗੇ ਹੋਰ ਦੇਸ਼ ਦੇ ਉਹਨਾਂ ਤੋਂ ਆਪਾਂ ਲਿਆ ਹੋਇਆ ਹੈਗਾ। ਸੋ ਉਹ ਆਪਾਂ ਪੇਡ ਕੋਰਸ ਦੇ ਵਿੱਚ ਕਰਾਇਆ ਹੋਇਆ ਜਿੰਨਾ ਬੱਚਿਆਂ ਨੇ ਨਹੀਂ ਕਰਿਆ ਉਹ ਦੇਖ ਲਿਓ।
ओके सो ये सारियां चीज़ां जिहड़ियां आपां अलग-अलग लईआं होईआं। सो इदां ही प्रीएम्बल आ, जिहड़ा प्रीएम्बल किद्दां आ, प्रीएम्बल अपना सब तो पहला जवाहर लाल नेहरू जी, पंडित जवाहर लाल नेहरू जी ने प्रीएम्बल दिते सी। ਉਹ ਕੀਤੇ ਸੀ, ਉਹਨਾਂ ਦਾ ਵਰਡ ਕੀ ਸੀ? ਪ੍ਰੀਐम्बल। ਉਹਨਾਂ ਨੇ ਬਿਲਕੁਲ ਸਹੀ ਨਹੀਂ ਦਿੱਤੇ ਸੀ, ਉਹਨਾਂ ਨੇ ਇਦਾਂ ਨਹੀਂ ਕਿਹਾ ਸੀ ਕਿ ਪ੍ਰੀਐम्बल ਆ ਗਏ ਭਾਰਤ ਸੰਵਿਧਾਨ ਦੇ। ਸੋ ਉਹਨਾਂ ਨੇ ਜਿਹੜਾ ਵਰਡ ਯੂਜ਼ ਕੀਤਾ ਸੀ, ਉਹ ਕੀਤਾ ਸੀ ਆਬਜੈਕਟਿਵ ਰੀਸੋਲੂਸ਼ਨਸ। ਸੋ ਉਹਨਾਂ ਨੇ ਕੀ ਦਿੱਤੇ ਸੀ? ਆਬਜੈਕਟਿਵ ਰੀਸੋਲੂਸ਼ਨ ਦਿੱਤੇ ਸੀ। ਕਦੋਂ ਦਿੱਤੇ ਸੀ? 13 ਦਸੰਬਰ 1946। ਓਕੇ 13 ਦਸੰਬਰ 1946 ਆਪਣੀ ਸੰਵਿਧਾਨ ਦੀ 3rd ਮੀਟਿੰਗ ਹੁੰਦੀ ਆ। ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੁੰਦੀ ਆ, ਸੈਕਿੰਡ ਮੀਟਿੰਗ 11 ਦਸੰਬਰ 1946 ਨੂੰ ਹੁੰਦੀ ਆ, ਤੇ 3rd ਮੀਟਿੰਗ ਆਪਣੀ 13 ਦਸੰਬਰ 1946 ਵਿੱਚ ਹੁੰਦੀ ਆ। ਸੋ ਫਰਸਟ ਮੀਟਿੰਗ ਦੇ ਵਿੱਚ ਡਿਸੀਜਨ ਲਿਆ ਗਿਆ ਸੀਗਾ ਕਿ ਡਾਕਟਰ ਸਚਿਦਾਨੰਦ ਸਿਨਹਾ ਜੀ ਨੂੰ ਆਪਣਾ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ। ਕੌਨਸਟੀਟਿਊਸ਼ਨ ਅਸੈਂਬਲੀ ਦਾ, ਸੰਵਿਧਾਨਿਕ ਸਭਾ ਦਾ ਅਸੈਂਬਲੀ ਦਾ ਆਪਣੇ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ ਸੀ? ਟੈਂਪਰੇਰੀ ਕੁਐਸਚਨ ਫਰੇਮ ਹੁੰਦਾ ਗਾ ਕਿ ਡਾਕਟਰ ਸਚਿਦਾਨੰਦ ਸਿਨਹਾ। ਤੇ ਸੈਕਿੰਡ ਮੀਟਿੰਗ ਜਿਹੜੀ ਹੋਈ ਸੀ ਆਪਣੀ 11 ਦਸੰਬਰ 1946 ਦੇ ਵਿੱਚ, ਉਹਦੇ ਵਿੱਚ ਆਪਣਾ ਜਿਹੜਾ ਕਿ ਡਿਸੀਜਨ ਲਿਆ ਗਿਆ ਸੀਗਾ ਕਿ ਇਲੈਕਸ਼ਨ ਦੇ ਥਰੂ ਆਪਣੇ ਕੌਣ ਬਣ ਕੇ ਆਏ ਸੀ? ਆਪਣੇ ਜਿਹੜੇ ਪਰਮਾਨੈਂਟ ਪ੍ਰੈਜ਼ੀਡੈਂਟ ਬਣ ਕੇ ਆਏ ਸੀਗੇ ਕੌਨਸਟੀਟਿਊਸ਼ਨ ਅਸੈਂਬਲੀ ਦੇ, ਉਹ ਆਏ ਸੀ ਆਪਣੇ ਡਾਕਟਰ ਰਾਜਿੰਦਰ ਪ੍ਰਸਾਦ। ਤੇ 3rd ਜਿਹੜੀ ਮੀਟਿੰਗ ਹੋਈ ਆਪਣੀ 13 ਦਸੰਬਰ 1946। ਸੋ 3rd ਮੀਟਿੰਗ ਜਿਹੜੀ ਹੋਈ ਆਪਣੀ 13 ਦਸੰਬਰ 1946 ਦੇ ਵਿੱਚ ਜਵਾਹਰ ਲਾਲ ਨਹਿਰੂ ਜੀ ਨੇ ਆਬਜੈਕਟਿਵ ਰੀਸੋਲੂਸ਼ਨ ਦਿੱਤੇ। ਸੋ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਸੰਵਿਧਾਨ ਬਣਾਉਣਾ, ਉਹਨਾਂ ਦਾ ਕੋਈ ਮੋਟਿਵ ਹੋਣਾ ਚਾਹੀਦਾ, ਉਹਦਾ ਕੋਈ ਆਬਜੈਕਟਿਵ ਹੋਣਾ ਚਾਹੀਦਾ, ਜਿਹਦੇ ਉੱਪਰ ਆਪਾਂ ਵਰਕ ਕਰ ਸਕੀਏ। ਓਕੇ ਸੋ ਇਹਨਾਂ ਨੇ ਜਦੋਂ ਇਹ 13 ਦਸੰਬਰ 1946 ਨੂੰ ਆਪਣੀ ਮੀਟਿੰਗ ਦੇ ਵਿੱਚ ਜਿਹੜੇ ਫਰਸਟ ਆਪਣੇ 389 ਪਰਸਨ ਸੀਗੇ, 389 ਪਰਸਨ ਕਿੱਥੇ ਸੀ ਬੱਚਿਓ? 389 ਪਰਸਨ ਆਪਣੀ ਜਿਹੜੇ ਸੀ ਕੌਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਸੀਗੇ, ਸੰਵਿਧਾਨਿਕ ਸਭਾ ਦੇ ਵਿੱਚ ਸੀਗੇ। ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਪਹਿਲਾਂ ਕਿੰਨੇ ਪਰਸਨ ਸੀ? 389। ਆਜ਼ਾਦੀ ਤੋਂ ਬਾਅਦ 299 ਰਹਿ ਗਏ ਸੀਗੇ। ਸੋ ਆਜ਼ਾਦੀ ਤੋਂ ਪਹਿਲਾਂ ਆਪਣੀ ਸੰਵਿਧਾਨਿਕ ਸਭਾ ਦੇ ਵਿੱਚ ਜਿਹੜੇ ਮੈਂਬਰ ਸੀਗੇ 389 ਮੈਂਬਰ ਸੀ। ਓਕੇ ਸੋ ਜਦੋਂ ਉਹਨਾਂ ਨੇ 389 ਪਰਸਨ ਅੱਗੇ ਆਪਣੇ ਰੱਖਦੇ ਸੀਗੇ, ਕੀ ਰੱਖਦੇ ਸੀਗੇ? ਆਬਜੈਕਟਿਵ ਰੀਸੋਲੂਸ਼ਨ ਰੱਖਦੇ ਸੀਗੇ। ਭਾਰਤ ਦਾ ਸੰਵਿਧਾਨ ਬਣਨਾ, ਉਹਨਾਂ ਦਾ ਕੋਈ ਟੀਚਾ ਹੋਣਾ ਚਾਹੀਦਾ, ਉਹਨਾਂ ਦਾ ਮੋਟਿਵ ਹੋਣਾ ਚਾਹੀਦਾ, ਉਹਨਾਂ ਦਾ ਆਬਜੈਕਟਿਵ ਹੋਣਾ ਚਾਹੀਦਾ, ਜਿਨ੍ਹਾਂ ਨੂੰ ਦੇਖ ਕੇ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਆਪਣਾ ਸੰਵਿਧਾਨ ਬਣਾ ਸਕੀਏ। ਓਕੇ ਸੋ ਜਦੋਂ ਇਹਨਾਂ ਨੇ ਇਹ ਰੱਖੇ, ਨਾਲ ਦੇ ਨਾਲ ਇਹ ਪਾਸ ਨਹੀਂ ਹੋਏ। ਸੋ ਇਹ ਪਾਸ ਕਦੋਂ ਹੋਏ? ਅਡਾਪਟ ਕਦੋਂ ਹੋਏ? ਇੰਡੀਆ ਦੀ ਜਿਹੜੀ ਅਸੈਂਬਲੀ ਬਣੀ ਸੀ ਆਪਣੀ ਸੰਵਿਧਾਨਿਕ ਸਭਾ, ਉਹਨਾਂ ਨੇ ਅਡਾਪਟ ਕਦੋਂ ਕਰੇ? ਇਹ ਕਰੇ ਆਪਣੇ, ਉਹਨਾਂ ਨੇ ਅਡਾਪਟ 22 ਜਨਵਰੀ 1947। ਸੋ ਉਰੇ ਲਿਖਿਆ ਗਾ ਅਡਾਪਟ, ਕਿ ਇਹ ਅਪਣਾਏ ਕਦੋਂ ਇਹਨਾਂ ਨੇ? ਸੋ ਇਹ ਪਾਸ ਕਦੋਂ ਕਰੇ? ਸੋ ਪਾਸ ਕਦੋਂ ਕਰੇ ਇਹ ਆਪਣੇ ਆਬਜੈਕਟਿਵ ਰੀਸੋਲੂਸ਼ਨ? ਕਦੋਂ ਪਾਸ ਹੋਇਆ ਇਹ? 22 ਜਨਵਰੀ 1947 ਡੇਟ ਇਹ ਕੁਐਸਚਨ ਪੇਪਰ ਦੇ ਵਿੱਚ ਫਰੇਮ ਹੁੰਦੀ ਆ, ਐਜ਼ ਇਟ ਇਜ਼ ਫਰੇਮ ਹੁੰਦੀ ਹੈਗੀ ਕਿ ਜਿਹੜੇ ਆਬਜੈਕਟਿਵ ਰੀਸੋਲੂਸ਼ਨ ਸੀਗੇ ਜਵਾਹਰ ਲਾਲ ਨਹਿਰੂ ਜੀ ਨੇ ਦਿੱਤੇ ਸੀ, ਉਹ ਪਾਸ ਕਦੋਂ ਹੋਏ ਸੀ? ਅਡਾਪਟ ਕਦੋਂ ਕਰੇ ਗਏ ਸੀ? ਸੋ ਅਡਾਪਟ ਕਦੋਂ ਕਰਿਆ ਉਹ? 22 ਜਨਵਰੀ 1947 ਨੂੰ ਉਹ ਅਡਾਪਟ ਕੀਤਾ ਗਿਆ। ਪਲੱਸ ਜਦੋਂ ਇਹ ਇਹਨਾਂ ਨੇ ਦਿੱਤੇ 13 ਦਸੰਬਰ 1946 ਨੂੰ ਜਦੋਂ ਆਬਜੈਕਟਿਵ ਰੀਸੋਲੂਸ਼ਨ ਦਿੱਤੇ, ਉਦੋਂ ਇਹਨਾਂ ਦਾ ਨਾਮ ਆਬਜੈਕਟਿਵ ਰੈਜ਼ੋਲੂਸ਼ਨ ਸੀਗਾ। ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਅਡਾਪਟ ਕਰ ਲਿਆ, ਇਹਨਾਂ ਦਾ ਨਾਮ ਚੇਂਜ ਹੋ ਕੇ ਕੀ ਹੋ ਗਿਆ? ਪ੍ਰੀਐम्बल। ਸੋ ਇਹਨਾਂ ਦਾ ਨਾਮ ਕੀ ਹੋ ਗਿਆ? ਚੇਂਜ ਹੋ ਕੇ ਇਹਨਾਂ ਦਾ ਨਾਮ ਪੈ ਗਿਆ ਪ੍ਰੀਐम्बल। ਓਕੇ ਸੋ ਇਹਨਾਂ ਦਾ ਨਾਮ ਕੀ ਪੈ ਗਿਆ? 22 ਜਨਵਰੀ 1947 ਨੂੰ ਜਦੋਂ ਇਹ ਪਾਸ ਹੋ ਗਏ, ਅਡਾਪਟ ਹੋ ਗਏ, ਸੋ ਇਹਨਾਂ ਦਾ ਨਾਮ ਆਪਣਾ ਚੇਂਜ ਹੋ ਕੇ ਕੀ ਹੋ ਗਿਆ ਸੀ? ਪ੍ਰੀਐम्बल ਇਹਨਾਂ ਦਾ ਨਾਮ ਪੈ ਗਿਆ ਸੀ। ਓਕੇ ਸੋ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਣਾ, ਮੈਂ ਸਮਝਾਉਣ ਵਿੱਚ ਤੁਹਾਨੂੰ ਕੈਪੇਬਲ ਹੋਊਂਗਾ। ਸੋ ਨੈਕਸਟ ਆਪਾਂ ਦੇਖਦੇ ਆਂਗੇ ਕਿ ਕਿਹੜੇ ਵਰਡ ਚੂਜ਼ ਕੀਤੇ ਗਏ ਸੀਗੇ। ਸਲਾਈਡ ਆਈ ਥਿੰਕ ਗਾਇਬ ਆ, ਨਹੀਂ ਓਕੇ ਇਹ ਤੁਹਾਡਾ ਟਾਈਮ ਸੇਵ ਹੋਵੇ, ਇਸ ਤੋਂ ਪਹਿਲਾਂ ਹੀ ਆਪਾਂ ਲਿਖ ਕੇ ਲਿਆਏ ਸੀਗੇ, ਕਿਉਂਕਿ ਕੱਲੀ ਚੀਜ਼ ਲਿਖਣਾ ਤੁਹਾਡਾ ਟਾਈਮ ਵੇਸਟ ਤਾਂ ਨਹੀਂ ਕਹਿ ਸਕਦੇ ਆਪਾਂ, ਇਨਵੈਸਟਮੈਂਟ ਹੈ ਤੁਹਾਡੇ ਟਾਈਮ ਦੀ, ਇਹ ਤੁਹਾਡੇ ਟਾਈਮ ਦੀ ਇਨਵੈਸਟਮੈਂਟ ਹੈਗੀ। ਸੋ ਅੱਜ ਜਿੰਨਾ ਟਾਈਮ ਇਹ ਤੇ ਲਾਉਂਗੇ, ਸੋ ਇਹ ਤੁਹਾਨੂੰ ਮਤਲਬ ਕਿ ਵਧੀਆ ਰਿਜ਼ਲਟ ਦੇ ਕੇ ਜਾਊਗਾ। ਓਕੇ ਸੋ ਦੇਖੋ ਆਪਣਾ ਸੰਵਿਧਾਨ ਕਿੱਥੋਂ ਸ਼ੁਰੂ ਹੁੰਦਾ? ਆਪਣਾ ਸੰਵਿਧਾਨ ਕਿੱਥੋਂ ਸ਼ੁਰੂ ਹੁੰਦਾ? ਆਪਣੀ ਜਿਹੜੀ ਸੰਵਿਧਾਨ ਦੀ ਫਰਸਟ ਲਾਈਨ ਆ, ਆਪਣੀ ਸੰਵਿਧਾਨ ਦੀ ਫਰਸਟ ਲਾਈਨ ਕੀ ਹੈਗੀ? ਵੀ ਆਰ ਦਾ ਪੀਪਲ ਆਫ ਇੰਡੀਆ। ਸਭ ਤੋਂ ਪਹਿਲਾਂ ਜਦੋਂ ਆਪਣਾ ਸੰਵਿਧਾਨ ਬਣਨਾ ਸ਼ੁਰੂ ਹੋਇਆ, ਜਦੋਂ ਆਪਣਾ ਸੰਵਿਧਾਨ ਬਣਨਾ ਸਟਾਰਟ ਹੋਇਆ, ਆਪਣੇ ਜਿਹੜੇ ਸੰਵਿਧਾਨਿਕ ਸਭਾ ਦੇ ਮੈਂਬਰ ਸੀ, ਉਹਨਾਂ ਨੇ ਬਹੁਤ ਆਪਣੇ ਸੰਵਿਧਾਨ ਜਿਹੜੇ ਕਿ ਰੀਡ ਕੀਤੇ ਕਿ ਆਪਾਂ ਕਿੱਦਾਂ ਆਪਣਾ ਸੰਵਿਧਾਨ ਬਣਾਈਏ। ਸੋ ਜਦੋਂ ਵੇਰੀਅਸ ਜਿਹੜੇ ਆਪਣੇ ਕੰਟਰੀਜ਼ ਦੇ ਉਹਨਾਂ ਨੇ ਸੰਵਿਧਾਨ ਪੜ੍ਹੇ, ਜਾਂ ਫਿਰ ਕਹਿ ਸਕਦੇ ਸੁਣੇ, ਜਿਵੇਂ ਯੂਕੇ ਦਾ ਆਡੀਓ ਫਾਰਮ ਦੇ ਵਿੱਚ ਹੈ, USA ਦਾ ਰਿਟਨ ਫਾਰਮ ਦੇ ਵਿੱਚ ਹੈਗਾ। ਸੋ ਉਹਨਾਂ ਨੇ ਜਦੋਂ ਰੀਡ ਕੀਤੇ, ਮਤਲਬ ਕਿ ਸਟੱਡੀ ਕੀਤੇ ਆਪਣੇ ਸੰਵਿਧਾਨ, ਸੋ ਉਹਨਾਂ ਨੇ ਦੇਖਿਆ ਉਹਨਾਂ ਦੇ ਜਿਹੜੇ ਸੰਵਿਧਾਨ ਕਿੱਥੋਂ ਸ਼ੁਰੂ ਹੋਏ ਹੈਗੇ। ਉਹਨਾਂ ਦੇ ਸੰਵਿਧਾਨ ਸ਼ੁਰੂ ਹੋ ਰਹੇ ਹੈਗੇ ਆਪਣੇ ਕਿਸੇ ਗੋਡ ਦੇ ਨਾਮ ਤੋਂ, ਕਿਸੇ ਰੱਬ ਦੇ ਨਾਮ ਤੋਂ ਸ਼ੁਰੂ ਹੋ ਰਹੇ ਹੈਗੇ। ਓਕੇ ਸੋ ਇੰਡੀਆ ਦੇ ਵਿੱਚ ਓਬਵੀਅਸਲੀ ਜੀ ਗੱਲ ਆ, ਸਾਰਿਆਂ ਨੂੰ ਪਤਾ ਹੈਗਾ ਕਿ ਇੰਡੀਆ ਆਪਣਾ ਕਿ ਬਹੁਤ ਸਾਰੇ ਧਰਮ ਇੰਡੀਆ ਦੇ ਵਿੱਚ ਪਾਏ ਜਾਂਦੇ ਨੇ। ਸੋ ਇੱਕ ਧਰਮ ਦਾ ਨਾਂ ਤਾਂ ਨਹੀਂ ਲੈ ਸਕਦੇ ਸੀਗੇ। ਸੋ ਇਸ ਕਰਕੇ ਆਪਣਾ ਜਿਹੜਾ ਹੈਗਾ ਦੇਸ਼ ਦਾ ਜਿਹੜਾ ਆਪਣਾ ਸੰਵਿਧਾਨ ਹੈਗਾ, ਸੰਵਿਧਾਨ ਕਿੱਥੋਂ ਸ਼ੁਰੂ ਕਰਿਆ ਗਿਆ? ਸੋ ਸੰਵਿਧਾਨ ਆਪਣਾ ਸ਼ੁਰੂ ਕਰਿਆ ਗਿਆ ਵੀ ਆਰ ਦਾ ਪੀਪਲ ਆਫ ਇੰਡੀਆ, ਕਿ ਅਸੀਂ ਇੰਡੀਆ ਦੇ
ਪੀਪਲ ਆਂਗੇ, ਇੰਡੀਆ ਦੇ ਅਸੀਂ ਲੋਕ ਆਂਗੇ। ਓਕੇ, ਸੋ ਆਪਣੇ ਇੰਡੀਆ ਦੇ ਲੋਕਾਂ ਦੇ ਨਾਮ ਤੋਂ ਹੀ ਸ਼ੁਰੂ ਕੀਤਾ ਗਿਆ ਜਿਹੜਾ ਆਪਣਾ ਸੰਵਿਧਾਨ ਆ। ਤੇ ਇਹ ਆਈਡੀਆ ਕਿੱਥੋਂ ਆਇਆ ਸੀ? ਇਹ ਆਈਡੀਆ ਆਇਆ ਸੀ ਵੇਰੀਅਸ ਜਿਹੜੇ ਹੋਰ ਆਪਣੇ ਸੰਵਿਧਾਨ ਆ ਉਹਨਾਂ ਦੀ ਸਟੱਡੀ ਕਰਨ ਤੋਂ ਬਾਅਦ ਇਹ ਆਈਡੀਆ ਆਇਆ ਸੀਗਾ। ਉਹਨਾਂ ਨੇ ਜਿਹੜੇ ਹੋਰ ਆਪਣੇ ਸੰਵਿਧਾਨ ਆ ਉਹਨਾਂ ਨੇ ਗੋਡ ਦੇ ਨਾਮ ਤੋਂ ਸ਼ੁਰੂ ਕਰ ਰੱਖਿਆ ਸੀਗਾ ਸੰਵਿਧਾਨ, ਕਿ ਆਪਣੇ ਆਪਣੇ ਦੇਸ਼ ਦੇ ਜਿਹੜੇ ਰੱਬ ਨੂੰ ਮੰਨਦੇ, ਜਿਹੜੇ ਰਿਲੀਜਨ ਨੂੰ ਮੰਨਦੇ ਹੈਗੇ ਉਹਨਾਂ ਦੇ ਨਾਮ ਤੋਂ ਸ਼ੁਰੂ ਕਰ ਰੱਖਿਆ ਸੀ। ਲੇਕਿਨ ਆਪਾਂ ਨਹੀਂ ਲਿਖ ਸਕਦੇ ਸੀ। ਕਿਉਂ ਨਹੀਂ ਲਿਖ ਸਕਦੇ ਸੀਗੇ? ਕਿਉਂਕਿ ਆਪਣੇ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਧਰਮ ਆਗੇ, ਸੋ ਇਸ ਕਰਕੇ ਆਪਾਂ ਇੱਕ ਧਰਮ ਨੂੰ ਪ੍ਰਾਇਓਰਟੀ ਨਹੀਂ ਦੇ ਸਕਦੇ। ਸੋ ਇਸ ਕਰਕੇ ਹੀ ਕਿ ਉਦੋਂ ਕੀ ਕਰਿਆ ਗਿਆ, ਮਾਈਂਡ ਦੇ ਵਿੱਚ ਆਇਆ ਕਿਉਂ ਨਾ ਆਪਾਂ ਆਪਣੇ ਦੇਸ਼ ਦੇ ਲੋਕਾਂ ਦੇ ਨਾਂ ਤੋਂ ਹੀ ਸੰਵਿਧਾਨ ਨੂੰ ਸ਼ੁਰੂ ਕਰ ਲਿੱਤਾ ਜਾਵੇ। ਸੋ ਆਪਣੇ ਦੇਸ਼ ਤੋਂ ਹੀ ਸੰਵਿਧਾਨ ਨੂੰ ਸ਼ੁਰੂ ਕਰ ਲਿੱਤਾ ਜਾਵੇ, ਤਾਂ ਹੀ ਵੀ ਆਰ ਦਾ ਪੀਪਲ ਆਫ ਇੰਡੀਆ ਇਹ ਲਾਈਨ ਆ ਜਿਹੜੀ ਸੁਜੈਸਟ ਕੀਤੀ ਗਈ ਤੇ ਇਸ ਲਾਈਨ ਤੋਂ ਹੀ ਆਪਣਾ ਸੰਵਿਧਾਨ ਆ ਜਿਹੜਾ ਲਿਖਿਆ ਜਾਂਦਾ। ਓਕੇ, ਸੋ ਹੁਣ ਆਪਣੇ ਕੋਲੇ ਕੁਐਸਚਨ ਆਉਂਦਾ ਬੱਚਿਓ, ਇਹਦੀ ਆਪਾਂ ਇੱਕ ਸੈਪਰੇਟ ਵੀਡੀਓ ਲੈ ਕੇ ਆਵਾਂਗੇ ਕਿ ਬਹੁਤ ਡਿਬੇਟ ਚੱਲੀ ਹੈਗੀ। ਕੀ ਡਿਬੇਟ ਚੱਲੀ ਹੈਗੀ? ਕਿ ਜਿਹੜਾ ਆਪਣਾ ਸੰਵਿਧਾਨ ਦਾ ਪਾਰਟ ਹੈ ਕਿ ਨਹੀਂ, ਜੋ ਪ੍ਰੀਐਂਬਲ ਆ ਆਪਣੇ ਸੰਵਿਧਾਨ ਦਾ ਪਾਰਟ ਹੈ ਕਿ ਨਹੀਂ, ਇਹਦੇ ਉੱਪਰ ਬਹੁਤ ਡਿਬੇਟ ਚੱਲੀ ਆ। ਅਲੱਗ-ਅਲੱਗ ਕੇਸਿਸ ਆਏ ਨੇ ਜਿਨ੍ਹਾਂ ਦੇ ਕੇਸ ਤੇ ਆਪਣਾ ਇਹ ਸੰਵਿਧਾਨ ਦਾ ਪਾਰਟ ਹੈ ਕਿ ਨਹੀਂ ਇਹਨਾਂ ਦੇ ਉੱਪਰ ਸਟੱਡੀ ਕੀਤੀ ਗਈ ਆ। ਅਲੱਗ-ਅਲੱਗ ਜਿਹੜੀ ਜੱਜਾਂ ਦੀਆਂ ਬੈਂਚ ਬਣੀਆਂ ਗਈਆਂ ਸੁਪਰੀਮ ਕੋਰਟ ਦੀਆਂ। ਸੋ ਇਹ ਅਲੱਗ ਆਪਾਂ ਟੌਪਿਕ ਦੇ ਵਿੱਚ ਕਰਾਂਗੇ। ਸੋ ਆਪਾਂ ਬਸ ਇੱਕ ਵਾਰੀ ਇਹ ਦੇਖ ਲਈਏ ਜਿਹੜਾ ਕੁਐਸਚਨ ਮੈਕਸਿਮਮ ਟਾਈਮ ਫਰੇਮ ਹੋਇਆ, ਕੁਐਸਚਨ ਕੀ ਫਰੇਮ ਹੋਇਆਗਾ ਕਿ ਜਿਹੜਾ ਆਪਣਾ ਸੰਵਿਧਾਨ ਆ, ਜਿਹੜਾ ਭਾਰਤ ਦਾ ਸੰਵਿਧਾਨ ਆ, ਸੋ ਭਾਰਤ ਦਾ ਸੰਵਿਧਾਨ ਓਨਲੀ ਵਨ ਟਾਈਮ, ਜਦੋਂ ਆਪਣਾ ਭਾਰਤ ਦਾ ਸੰਵਿਧਾਨ ਲਾਗੂ ਹੋਇਆ 1950, 26 ਜਨਵਰੀ 1950 ਤੇ ਟਿਲ ਨਾਓ, ਸੋ ਹੁਣ ਤੱਕ 1950 26 ਜਨਵਰੀ 1950 ਤੋਂ ਲੈ ਕੇ ਹੁਣ ਤੱਕ 26 ਜਨਵਰੀ 1950 ਤੋਂ ਲੈ ਕੇ ਹੁਣ ਤੱਕ ਜਿਹੜਾ ਭਾਰਤ ਦਾ ਸੰਵਿਧਾਨ ਆ ਓਨਲੀ ਵਨ ਟਾਈਮ ਆਪਣਾ ਅਮੈਂਡ ਹੋਇਆਗਾ, ਕਿ ਸ਼ੋਧ ਹੋਈ ਆ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ। ਕਿੰਨੇ ਵਾਰੀ? ਇੱਕ ਵਾਰੀ ਹੋਈ ਆ ਸੰਵਿਧਾਨ ਦੇ ਵਿੱਚ ਨਹੀਂ, ਸੌਰੀ ਆਪਣੇ ਪ੍ਰੀਐਂਬਲ ਦੇ ਵਿੱਚ। ਜਿਹੜੀ ਪ੍ਰੀਐਂਬਲ ਦੇ ਵਿੱਚ ਜਿਹੜੇ ਆਪਣੀ ਸੰਵਿਧਾਨ ਦੇ ਪ੍ਰੀਐਂਬਲ ਦੇ ਵਿੱਚ ਆਪਣੀ ਜਿਹੜੀ ਸ਼ੋਧ ਹੋਈ ਹੈਗੀ, ਅਮੈਂਡਮੈਂਟ ਹੋਈ ਆ, ਓਨਲੀ ਵਨ ਟਾਈਮ ਹੋਈ ਆ। ਓਕੇ, ਸੰਵਿਧਾਨ ਦੇ ਵਿੱਚ ਤਾਂ ਬਹੁਤ ਵਾਰ ਹੋ ਗਈ, 105 ਟਾਈਮ ਹੋ ਗਈ ਆਪਣੀ ਜਿਹੜੀ ਸੰਵਿਧਾਨ ਦੇ ਵਿੱਚ। ਸੋ ਲੇਕਿਨ ਆਪਣੀ ਜਿਹੜੇ ਪ੍ਰੀਐਂਬਲ ਦੇ ਵਿੱਚ ਜਿਹੜੀ ਸ਼ੋਧ ਆ ਉਹ ਇੱਕ ਵਾਰੀ ਹੋਈ ਆ। ਜਿਹੜੀ ਅਮੈਂਡਮੈਂਟ ਆ ਪ੍ਰੀਐਂਬਲ ਦੇ ਵਿੱਚ ਓਨਲੀ ਵਨ ਟਾਈਮ ਹੋਈ ਆ। ਸਮਝੋ ਮੈਂ ਕੀ ਕਹਿਣਾ ਚਾਹੁੰਦਾ ਹੈਗਾ, ਪ੍ਰੀਐਂਬਲ ਦੇ ਵਿੱਚ ਇੱਕ ਟਾਈਮ ਹੋਈ ਹੈ ਤੇ ਕਨਸਟੀਟਿਊਸ਼ਨ ਦੇ ਵਿੱਚ ਦੇਖਿਆ ਜਾਵੇ ਤਾਂ 105 ਵਾਰੀ ਹੋ ਗਈ। ਓਕੇ, ਸੋ ਆਪਣੇ ਪ੍ਰੀਐਂਬਲ ਦੇ ਵਿੱਚ ਓਨਲੀ ਵਨ ਟਾਈਮ ਹੋਈ ਹੈਗੀ, ਤੇ ਉਹ ਕਦੋਂ ਹੋਈ ਹੈਗੀ ਬਹੁਤ ਇੰਪੋਰਟੈਂਟ ਆ। ਜਿਹੜੀ ਚੀਜ਼ ਇੱਕ ਵਾਰੀ ਹੁੰਦੀ ਹੈ, ਵਨ ਵਾਰੀ ਹੁੰਦੀ ਹੈ ਜਾਂ ਟਵਾਈਸ ਹੁੰਦੀ ਹੈਗੀ, ਉਹ ਚੀਜ਼ਾਂ ਇੰਪੋਰਟੈਂਟ ਬਣ ਜਾਂਦੀਆਂ ਨੇ। ਸੋ ਜਦੋਂ ਪਹਿਲੀ ਵਾਰੀ ਹੋਈ ਹੈਗੀ ਉਹ ਕਦੋਂ ਹੋਈ ਆ? ਉਹ ਹੋਈ ਆ ਆਪਣੀ 42nd ਅਮੈਂਡਮੈਂਟ, 42ਵੀਂ ਅਮੈਂਡਮੈਂਟ ਦੇ ਵਿੱਚ ਹੋਈ ਹੈਗੀ। ਸੋ 42ਵੀਂ ਅਮੈਂਡਮੈਂਟ ਦੇ ਵਿੱਚ ਹੋਈ ਹੈ ਤੇ ਡੇਟ ਕਿਹੜੀ ਸੀਗੀ? ਡੇਟ ਆਪਣੀ ਸੀ 1976। ਓਕੇ, ਮੋਸਟ ਇੰਪੋਰਟੈਂਟ ਆ ਆਪਣਾ ਜਿਹੜਾ ਭਾਰਤ ਦਾ ਸੰਵਿਧਾਨ ਦਾ ਪ੍ਰੀਐਂਬਲ ਹੈਗਾ, ਪ੍ਰੀਐਂਬਲ ਓਨਲੀ ਇੱਕ ਵਾਰੀ ਆਪਣਾ ਅਮੈਂਡਮੈਂਟ ਵਿੱਚ ਹੋਇਆਗਾ, ਸ਼ੋਧ ਹੋਈ ਆ, ਇੱਕ ਵਾਰੀ ਸ਼ੋਧ ਹੋਈ ਹੈ। ਤੇ ਉਹ ਕਦੋਂ ਹੋਈ ਹੈਗੀ? 42ਵੀਂ ਅਮੈਂਡਮੈਂਟ ਦੇ ਥਰੂ ਹੋਈ ਆ। ਤੇ ਡੇਟ ਕਿੰਨੀ ਹੈਗੀ? 1976। ਓਕੇ, 1976 42ਵੀਂ ਅਮੈਂਡਮੈਂਟ ਦੇ ਵਿੱਚ ਇੱਕ ਵਾਰੀ ਆਪਣਾ ਸੰਵਿਧਾਨ ਆ ਜਿਹੜਾ ਕਿ ਸ਼ੋਧ ਹੋਇਆਗਾ, ਇੱਕ ਵਾਰੀ ਆਪਣਾ ਸੰਵਿਧਾਨ ਦਾ ਅਮੈਂਡਮੈਂਟ ਹੋਇਆ। ਤੇ ਜੇ ਅਮੈਂਡ ਹੋਇਆਗਾ ਉਹਦੇ ਵਿੱਚ ਕੀ ਚੇਂਜਸ ਕੀਤੇ ਗਏ? ਬਿਲਕੁਲ ਗਲਤ, ਚੇਂਜ ਕੁਝ ਨਹੀਂ ਹੋਇਆ, ਕਿਉਂਕਿ ਆਪਾਂ ਕਹਿ ਰੱਖਿਆਗਾ ਸੰਵਿਧਾਨ ਦੇ ਵਿੱਚ ਕਿ ਸੰਵਿਧਾਨ ਦਾ ਜਿਹੜਾ ਪ੍ਰੀਐਂਬਲ ਹੈਗਾ, ਪ੍ਰੀਐਂਬਲ ਦੇ ਬੇਸਿਕ ਸਟਰਕਚਰ ਨਾਲ ਕੋਈ ਛੇੜਛਾੜੀ ਨਹੀਂ ਕੀਤੀ ਜਾਊ, ਸਟਰਕਚਰ ਨਾਲ ਕੋਈ ਛੇੜਛਾੜੀ ਨਹੀਂ ਕੀਤੀ ਜਾਊ। ਲੇਕਿਨ ਆਪਾਂ ਉਹਦੀ ਸਟਰੈਂਥ ਨੂੰ ਇਨਕਰੀਜ਼ ਕਰ ਸਕਦੇ ਹਾਂਗੇ, ਉਹਦੇ ਵਿੱਚ ਕੁਝ ਗੈਪ ਨਹੀਂ ਕਰਾਂਗੇ, ਉਹਦੇ ਵਿੱਚ ਕੁਝ ਕੱਟਾਂਗੇ ਨਹੀਂ, ਕਿਉਂਕਿ ਉਹ ਬਿਲਕੁਲ ਸਹੀ ਆ, ਬਿਲਕੁਲ ਪਰਫੈਕਟ ਆ। ਲੇਕਿਨ ਆਪਾਂ ਉਹਦੀ ਪਾਵਰ ਨੂੰ ਇਨਕਰੀਜ਼ ਕਰ ਸਕਦੇ ਹਾਂ, ਉਹਦੀ ਪਾਵਰ ਨੂੰ ਆਪਾਂ ਵਧਾ ਸਕਦੇ ਹਾਂ, ਉਹਦੀ ਐਬਿਲਿਟੀ ਨੂੰ ਆਪਾਂ ਇਨਕਰੀਜ਼ ਕਰ ਸਕਦੇ ਹਾਂ। ਸੋ ਇਸ ਕਰਕੇ ਹੀ 3 ਵਰਡ ਯੂਜ਼ ਕੀਤੇ ਗਏ, 3 ਵਰਡ ਐਡ ਕੀਤੇ ਗਏ, ਸੋਸ਼ਲਿਸਟ ਸਮਾਜਵਾਦੀ, ਸਰਕੂਲਰ ਧਰਮ ਨਿਰਪੇਕਸ਼ ਤੇ ਇੰਟੀਗ੍ਰੇਟਿਡ ਭਾਈਚਾਰਾ। ਓਕੇ, ਸੋ ਇਹ 3 ਵਰਡ ਯੂਜ਼ ਕੀਤੇ ਗਏ, ਸਮਾਜਵਾਦੀ, ਧਰਮ ਨਿਰਪੇਕਸ਼ਾ ਤੇ ਆਪਣਾ ਥਰਡ ਆ ਜਿਹੜਾ ਕਿ ਭਾਈਚਾਰਾ। ਇਹ 3 ਵਰਡ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ। ਕਦੋਂ ਕੀਤੇ ਗਏ? ਇਹ 1976 ਦੇ ਵਿੱਚ ਕੀਤੇ ਗਏ ਤੇ 42ਵੀਂ ਅਮੈਂਡਮੈਂਟ ਹੋਈ ਹੈਗੀ। ਇਹ ਮੈਂ ਬਾਰ-ਬਾਰ ਰਿਪੀਟ ਕਿਉਂ ਕਰ ਰਿਹਾ ਹਾਂ ਕਿ ਬਹੁਤ ਇੰਪੋਰਟੈਂਟ ਆ। ਪ੍ਰੀਐਂਬਲ ਇੱਕ ਵਾਰੀ ਹੀ ਅਮੈਂਡ ਹੋਇਆ ਤੇ ਕਿਹੜੀ ਅਮੈਂਡਮੈਂਟ ਥਰੂ ਤੇ ਕਦੋਂ ਹੋਇਆ, ਇਹ ਕੁਐਸਚਨ ਤੁਹਾਡੇ ਤੋਂ ਫਰੇਮ ਹੁੰਦਾ, ਕੁਐਸਚਨ ਪੁੱਛਿਆ ਜਾਂਦਾ। ਤੇ ਕਿਹੜੇ-ਕਿਹੜੇ ਵਰਡ ਯੂਜ਼ ਹੋਏ ਸੀਗੇ, ਕਿਹੜੇ-ਕਿਹੜੇ ਵਰਡ ਐਡ ਹੋਏ ਹੈਗੇ ਤੇ ਪਾਵਰ ਨੂੰ ਵਧਾਇਆ, ਇਹਨਾਂ ਨੇ ਪ੍ਰੀਐਂਬਲ ਦੀ ਪਾਵਰ ਨੂੰ ਵਧਾਇਆ। 3 ਵਰਡ ਐਡ ਹੋਏ ਹੈਗੇ, ਸੋਸ਼ਲਿਸਟ, ਸਰਕੂਲਰ ਤੇ ਇੰਟੀਗ੍ਰੇਟਿਡ। ਇਹ 3 ਵਰਡ ਆ ਜਿਹੜੇ ਆਪਣੇ ਐਡ ਹੋਏ ਆਪਣੇ ਸੰਵਿਧਾਨ ਦੇ ਵਿੱਚ। ਓਕੇ, ਸੋ ਹੁਣ ਆਪਾਂ 1 ਬਾਏ 1 ਇਹ ਦੇਖਦੇ ਹਾਂ ਕਿ ਕਿਹੜੇ-ਕਿਹੜੇ ਵਰਡ ਹੈਗੇ ਜਿਹੜੇ ਆਪਣੇ 9 ਵਰਡ ਆ ਟੋਟਲ ਆਪਣੇ ਸੰਵਿਧਾਨ ਦੇ ਵਿੱਚ ਪ੍ਰੀਐਂਬਲ ਦੇ ਵਿੱਚ ਆਪਣੇ 9 ਵਰਡ ਆ। ਤੇ ਉਹ ਜਿਹੜੇ 9 ਵਰਡ ਆ, ਜਿਹੜੇ 9 ਸ਼ਬਦ ਹੈਗੇ, ਉਹਨਾਂ ਦਾ ਕੀ ਮਤਲਬ ਹੈਗਾ ਤੇ ਪ੍ਰੀਐਂਬਲ ਆਪਣਾ ਉਹਨਾਂ ਨਾਲ ਕਿਵੇਂ ਆਪਣਾ ਦੇਸ਼ ਹੈ ਜਿਹੜਾ ਉਹਦਾ ਪਤਾ ਲੱਗਦਾ ਤੇ ਕਿੱਦਾਂ ਮਤਲਬ ਕਿ ਆਪਣੀ ਪਾਵਰ ਦਾ ਪਤਾ ਲੱਗਦਾ ਤੇ ਆਪਣੀ ਮਜ਼ਬੂਤੀ ਆਪਣੇ ਦੇਸ਼ ਦੀ ਬਣਦੀ ਹੈ। ਓਕੇ, ਸੋ 1 ਬਾਏ 1 ਉਹ ਆਪਾਂ ਦੇਖਦੇ ਹਾਂ। ਸੋ ਜਿਹੜਾ ਫਰਸਟ ਵਰਡ ਆ
ਸੋ ਕਿ ਤੁਹਾਡੇ ਕੋਲ ਫਰਸਟ ਵਰਡ ਆ ਉਹ ਆਉਂਦਾ ਆਪਣਾ ਸੋਵਰਿਨ। ਸੋ ਸੋਵਰਿਨ ਦਾ ਮਤਲਬ ਕੀ ਹੁੰਦਾ, ਪ੍ਰਭੂ ਸੱਤਾ। ਸੋ ਇਹਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆਪਾਂ ਪ੍ਰਭੂ ਸੱਤਾ, ਪੰਜਾਬੀ ਵਾਲੇ ਬੱਚੇ ਵੀ ਇਹਨੂੰ ਦੇਖ ਲਿਓ। ਸੋ ਪ੍ਰਭੂ ਸੱਤਾ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਸਾਡਾ ਦੇਸ਼ ਆ, ਸਾਡਾ ਦੇਸ਼ ਕੀ ਹੈ, ਇੰਡੀਆ ਹੈਗਾ। ਸੋ ਇੰਡੀਆ ਕਹਾਂਗੇ ਆਪਣਾ ਇੰਡੀਆ ਜਿਹੜਾ ਕਿ ਅਸੀਂ ਕਿਸੇ ਦੇ ਅੰਡਰ ਵਰਕ ਨਹੀਂ ਕਰਦੇ। ਜਿੱਦਾਂ ਆਪਾਂ ਪਹਿਲਾਂ ਕਿਹਦੇ ਅੰਡਰ ਵਰਕ ਕਰਦੇ ਸੀ, ਆਪਾਂ ਪਹਿਲਾਂ ਬ੍ਰਿਟਿਸ਼ ਦੇ ਅੰਡਰ ਆਉਂਦੇ ਸੀ, ਬ੍ਰਿਟਿਸ਼ਾਂ ਤੋਂ ਆਪਾਂ ਆਜ਼ਾਦੀ ਲਈ ਸੀ। ਸੋ ਇਸੇ ਕਰਕੇ ਹੀ ਇਸ ਵਰਡ ਨੂੰ ਜੁੜਿਆ ਗਿਆ, ਸੋਵਰਿਨ ਨੂੰ ਜੁੜਿਆ ਗਿਆ ਕਿ ਜਿਹੜੇ ਬਾਹਰਲੀਆਂ ਪਾਵਰਸ ਨੇ, ਆਪਣੇ ਇੰਡੀਆ ਤੋਂ ਬਾਹਰਲੀਆਂ ਪਾਵਰ ਮਤਲਬ ਕਿ ਵਰਲਡ ਦੇ ਵਿੱਚ ਅਦਰ ਦੇਸ਼ ਹੈਗਾ, ਉਹਨਾਂ ਦੀ ਕੋਈ ਵੀ ਇੰਟਰਫੇਅਰ ਸਾਡੇ ਵਿੱਚ ਨਹੀਂ ਹੈਗੀ। ਅਸੀਂ ਜੋ ਵੀ ਕਰਨਾ ਇੰਡੀਪੈਂਡੈਂਟ ਕਰਾਂਗੇ, ਆਪਣੇ ਦੇਸ਼ ਦੇ ਭਲੇ ਵਾਸਤੇ ਅਸੀਂ ਆਪ ਕਰਾਂਗੇ। ਅਸੀਂ ਕਿਸੇ ਦੇ ਅੰਡਰ ਵਰਕ ਨਹੀਂ ਕਰਾਂਗੇ ਤੇ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਨਹੀਂ ਕੰਮ ਕਰਾਂਗੇ। ਜੋ ਵੀ ਕਰਨਾ ਅਸੀਂ ਆਪ ਕਰਾਂਗੇ। ਸੋ ਅਸੀਂ ਕੀ ਆਂਗੇ, ਅਸੀਂ ਆਪਣੇ ਉੱਪਰ ਡਿਪੈਂਡ ਆ, ਅਸੀਂ ਆਪਣੇ ਉੱਪਰ ਡਿਪੈਂਡ ਆ, ਅਸੀਂ ਇੰਡੀਪੈਂਡੈਂਟ ਆਗੇ। ਮਤਲਬ ਕਿ ਅਸੀਂ ਸੁਤੰਤਰਤਾ ਆਗੇ। ਸਾਡੇ ਕੋਈ ਵੀ ਅਦਰ ਕੰਟਰੀ, ਕੋਈ ਵੀ ਪਾਵਰ, ਕੋਈ ਵੀ ਵਰਲਡ ਦਾ ਅਦਰ ਦੇਸ਼ ਸਾਡੇ ਵਿੱਚ ਇੰਟਰਫੇਅਰ ਨਹੀਂ ਕਰੂਗਾ, ਸਾਡੇ ਦੇਸ਼ ਦੇ ਵਿੱਚ ਇੰਟਰਫੇਅਰ ਨਹੀਂ ਕਰੂਗਾ। ਓਕੇ, ਸੋ ਫਰਸਟ ਵਰਡ ਆ ਜਿਹੜਾ ਕਿ ਸੋਵਰਿਨ, ਜਿਹਦਾ ਨਾਮ ਆ ਪ੍ਰਭੂ ਸੱਤਾ, ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਹੈਗੇ। ਸੋ ਦਾ ਮਤਲਬ ਕੀ ਆ ਕਿ ਕੋਈ ਵੀ ਅਦਰ ਪਾਵਰ, ਅਦਰ ਕੰਟਰੀ ਸਾਡੇ ਵਿੱਚ ਇੰਟਰਫੇਅਰ ਨਹੀਂ ਕਰੂਗੀ। ਜੋ ਸਾਡੇ ਦੇਸ਼ ਵਿੱਚ ਹੋ ਰਿਹਾ ਹੈਗਾ ਅਸੀਂ ਆਪ ਦੇਖਾਂਗੇ। ਸੋ ਜੋ ਅਸੀਂ ਕੁਝ ਕਰਨਾ ਹੈਗਾ, ਸਾਡੇ ਦੇਸ਼ ਦਾ ਭਲਾ ਕਿਵੇਂ ਕਰਨਾ ਹੈਗਾ, ਕਿੱਦਾਂ ਅਸੀਂ ਦੇਸ਼ ਨੂੰ ਰਨ ਕਰਨਾ ਹੈਗਾ, ਸੋ ਸਭ ਕੁਝ ਸਾਡੇ ਆਪਣੀ ਜ਼ਿੰਮੇਵਾਰੀ ਆ, ਅਸੀਂ ਆਪ ਦੇਖਾਂਗੇ। ਕੋਈ ਅਦਰ ਜਿਹੜੀ ਕੰਟਰੀ ਆ ਉਹ ਸਾਡੇ ਵਿੱਚ ਇੰਟਰਫੇਅਰ ਨਹੀਂ ਕਰੂਗੀ। ਓਕੇ, ਸੋ ਫਰਸਟ ਵਰਡ ਆ ਜਿਹੜਾ ਕਿ ਉਹਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ। ਸੋ ਸੈਕਿੰਡ ਵਰਡ ਆ ਜਿਹੜਾ ਬੱਚੋ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਹਾਂ, ਤੁਸੀਂ ਆਪਣੀ ਲੈਂਗੁਏਜ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਜਿੱਦਾਂ ਤੁਸੀਂ ਕੰਫਰਟ ਹੋ ਉਹ ਲਿਖੀ ਜਾਇਓ। ਓਕੇ, ਸੋ ਐਦਾਂ ਤੁਹਾਨੂੰ ਵੱਧ ਯਾਦ ਰਹੂਗਾ। ਸੋ ਸੈਕਿੰਡ ਆਪਣਾ ਸੋਸ਼ਲਿਸਟ। ਸੋਸ਼ਲਿਸਟ ਨੂੰ ਆਪਾਂ ਕਹਿੰਦੇ ਆ ਸਮਾਜਵਾਦੀ। ਓਕੇ, ਸੋ ਜਿਹੜਾ ਸੋਸ਼ਲਿਸਟ ਵਰਡ ਹੈਗਾ ਇਹ ਆਪਣਾ ਕਦੋਂ ਐਡ ਹੋਇਆ ਹੈਗਾ, ਇਹ ਆਪਣਾ ਅਮੈਂਡਮੈਂਟ ਦੇ ਥਰੂ ਐਡ ਹੋਇਆ। ਮੈਂ ਤੁਹਾਨੂੰ ਦੱਸਿਆ ਨਾ ਸੋਸ਼ਲਿਸਟ ਵਰਡ। ਸੋ ਇਹ ਕਦੋਂ ਐਡ ਹੋਇਆ, ਆਪਣਾ ਅਮੈਂਡਮੈਂਟ ਹੋਈ ਸੀ। ਕਿਹੜੀ ਅਮੈਂਡਮੈਂਟ ਹੋਈ ਸੀਗੀ, 42nd ਅਮੈਂਡਮੈਂਟ। ਤੇ ਕਦੋਂ ਹੋਈ ਸੀ, ਇਹ ਹੋਈ ਸੀ ਆਪਣੀ 1976 ਦੇ ਵਿੱਚ। ਓਕੇ, 1976 ਦੇ ਵਿੱਚ ਹੋਈ ਸੀ, 42nd ਅਮੈਂਡਮੈਂਟ ਹੋਈ ਸੀਗੀ, ਜਿਹਦੇ ਵਿੱਚ ਆਪਣਾ ਸੋਸ਼ਲਿਸਟ ਵਰਡ ਐਡ ਹੋਇਆ, ਸਮਾਜਵਾਦੀ ਵਰਡ ਐਡ ਹੋਇਆ। ਸੋ ਇਹਦਾ ਮਤਲਬ ਕੀ ਹੈਗਾ, ਇਹਦਾ ਮਤਲਬ ਆਪਣਾ ਜਿਹੜੇ ਜਵਾਹਰ ਲਾਲ ਨਹਿਰੂ ਜੀ ਪਲੱਸ ਆਪਣੇ ਗਾਂਧੀ ਜੀ, ਓਕੇ, ਸੋ ਪਲੱਸ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਜੀ ਦਾ ਸੁਪਨਾ ਸੀਗਾ, ਉਹਨਾਂ ਦਾ ਡ੍ਰੀਮ ਸੀਗਾ ਕਿ ਅਸੀਂ ਜੋ ਵੀ ਕੰਮ ਕਰਾਂਗੇ ਲੋਕਾਂ ਦੀ ਭਲਾਈ ਵਾਸਤੇ ਕਰਾਂਗੇ, ਲੋਕਾਂ ਦੇ ਵੈਲਫੇਅਰ ਵਾਸਤੇ ਕਰਾਂਗੇ, ਸੋ ਲੋਕਾਂ ਦੇ ਸਮਾਜ ਦੇ ਵਾਸਤੇ ਕਰਾਂਗੇ। ਓਕੇ, ਸੋ ਤਾਂ ਕਰਕੇ ਹੀ ਸੋਸ਼ਲਿਸਟ ਵਰਡ ਨੂੰ ਐਡ ਕੀਤਾ ਗਿਆ ਕਿ ਜਿਹੜੀ ਗਵਰਨਮੈਂਟ ਆ ਉਹ ਆਪਣੀ ਸਮਾਜ ਨੂੰ ਲੈ ਕੇ ਕੰਮ ਕਰੂਗੀ, ਆਪਣੇ ਦੇਸ਼ ਦੇ ਵਾਸੀਆਂ ਨੂੰ ਦੇਖ ਕੇ ਕੰਮ ਕਰੂਗੀ, ਨਾ ਕਿ ਉਹ ਕੈਪੀਟਲਬਾਜ਼ੀ ਕਰੂਗੀ। ਸੋ ਕੈਪੀਟਲਬਾਜ਼ੀ ਕੀ ਹੁੰਦੀ ਹੈ, ਆਪਣੀ ਜਿਹੜੀ ਪੂੰਜੀਵਾਦੀ। ਪੂੰਜੀਵਾਦੀ ਕਿਹੜੇ ਹੁੰਦੇ ਹੈਗੇ, ਜਿਹੜੇ ਕਿ ਉਹਨਾਂ ਦਾ ਮੇਨ ਇੱਕੋ ਮੋਟਿਵ ਹੁੰਦਾ ਕਿ ਪ੍ਰੋਫਿਟ ਲੈਣਾ। ਗਵਰਨਮੈਂਟ ਦਾ ਇੱਕੋ ਮੋਟਿਵ ਹੁੰਦਾ ਕਿ ਪ੍ਰੋਫਿਟ ਲੈਣਾ। ਜਿੱਦਾਂ ਆਪਣਾ ਯੂਐਸਏ ਆ, ਯੂਐਸਏ ਨੂੰ ਕੀ ਹੈਗਾ, ਯੂਐਸਏ ਨੂੰ ਇਦਾਂ ਅਸੀਂ ਵੱਧ ਤੋਂ ਵੱਧ ਸਰਕਾਰ ਨੂੰ ਹੁੰਦਾ ਕਿ ਅਸੀਂ ਪ੍ਰੋਫਿਟ ਲਈਏ, ਲੋਕਾਂ ਤੋਂ ਪੈਸਾ ਲਈਏ। ਲੇਕਿਨ ਜਿਵੇਂ ਰਸ਼ੀਆ ਹੋ ਗਿਆ, ਇੰਡੀਆ ਹੋ ਗਿਆ, ਇਹ ਕਿੱਦਾਂ ਦੇ ਦੇਸ਼ ਹੈਗੇ, ਇਹ ਆਪਣੇ ਸੋਸ਼ਲਿਸਟ ਦੇਸ਼ ਹੈਗੇ, ਇਹ ਸਮਾਜ ਨੂੰ ਲੈ ਕੇ ਕੰਮ ਕਰਦੇ ਹੈਗੇ। ਤਾਈਓ ਜਿਹੜੀਆਂ ਕਿ ਆਪਣੀ ਪਬਲਿਕ ਫੈਸਿਲਿਟੀਜ਼ ਆਪਾਂ ਨੂੰ ਗਵਰਨਮੈਂਟ ਪ੍ਰੋਵਾਈਡ ਕਰਾਉਂਦੀ ਹੈ, ਰੋਡ ਹੋ ਗਏ, ਜਿਵੇਂ ਹਸਪੀਟਲ ਹੋ ਗਏ, ਪਬਲਿਕ ਹਸਪੀਟਲ, ਪਬਲਿਕ ਸਕੂਲ ਹੋ ਗਏ। ਸੋ ਇਹ ਸਮਾਜ ਨੂੰ ਲੈ ਕੇ, ਸਮਾਜ ਦੇ ਵੈਲਫੇਅਰ ਵਾਸਤੇ ਕੰਮ ਕਰਦੇ ਨੇ, ਆਪਣੇ ਦੇਸ਼ ਦੇ ਲੋਕਾਂ ਵਾਸਤੇ ਕੰਮ ਕਰਦੇ ਨੇ। ਜਿਹੜੀ ਗਵਰਨਮੈਂਟ ਦੇਸ਼ ਦੇ ਲੋਕਾਂ ਵਾਸਤੇ ਕੰਮ ਕਰਦੀ ਆ ਉਸ ਨੂੰ ਆਪਾਂ ਸੋਸ਼ਲਿਸਟ ਕਹਿ ਦਿੰਦੇ ਹੈਗੇ। ਉਹਨਾਂ ਦਾ ਮੋਟਿਵ ਕੀ ਹੁੰਦਾ ਹੈਗਾ, ਮੋਟਿਵ ਹੁੰਦਾ ਕਿ ਲੋਕਾਂ ਦੀ ਵੈਲਫੇਅਰ ਕਰਨਾ, ਨਾ ਕਿ ਪੂੰਜੀਵਾਦੀ, ਨਾ ਕਿ ਪੈਸਾ ਕਮਾਉਣਾ। ਓਕੇ, ਰਿਕਾਰਡਿੰਗ ਹੋ ਰਹੀ ਆ, ਬਿਲਕੁਲ। ਸੋ ਨੈਕਸਟ ਆਪਾਂ ਦੇਖਦੇ ਆਂਗੇ ਥਰਡ ਵਰਡ ਕਿਹੜਾ ਹੁੰਦਾ ਆਪਣਾ। ਸੋ ਜਿੱਦਾਂ ਇਹ ਮੈਂ ਤੁਹਾਨੂੰ ਲਿਖੇ ਹੋਏ ਨਾ, ਏਦਾਂ ਹੀ ਤੁਸੀਂ ਇਹ ਯਾਦ ਕਰਨੇ ਆ। ਓਕੇ, ਏਦਾਂ ਹੀ ਯਾਦ ਕਰਨਾ, ਵਿੱਚੋਂ ਇਹ ਨਹੀਂ ਹੈਗਾ ਕਿ ਆਪਾਂ ਮਿਕਸ ਮਾਰ ਦਾਂਗੇ, ਕਿ ਮਿਕਸ ਅਪ ਕਰ ਦਾਂਗੇ। ਆਪਾਂ ਐਜ਼ ਡੀ ਸੀਰੀਅਲ ਨੰਬਰ ਵਾਈਜ਼ ਯਾਦ ਕਰਨੇ ਆ, ਤੇ ਉਹ ਮੈਂ ਤੁਹਾਨੂੰ ਟ੍ਰਿਕ ਵੀ ਦੱਸ ਦੂੰਗਾ ਲਾਸਟ ਤੇ ਕਿ ਆਪਾਂ ਇਹ ਕਿਵੇਂ ਯਾਦ ਕਰ ਸਕਦੇ ਹਾਂ ਸੀਰੀਅਲ ਨੰਬਰ ਵਾਈਜ਼। ਓਕੇ, ਸੋ ਨੈਕਸਟ ਆਪਾਂ ਦੇਖਦੇ ਆਂਗੇ ਜਿਹੜਾ ਆਪਣੇ ਵਰਡ ਆਪਣੇ ਕੋਲ ਆਉਂਦਾ ਹੈਗਾ, ਥਰਡ ਵਰਡ ਆਪਣੇ ਕੋਲ ਆਉਂਦਾ ਹੈਗਾ ਸਰਕੂਲਰ। ਓਕੇ, ਸਰਕੂਲਰ ਦਾ ਕੀ ਮਤਲਬ ਹੁੰਦਾ, ਸੋ ਸਰਕੂਲਰ ਆਪਣਾ ਵਰਡ ਆਉਂਦਾ ਹੈਗਾ, ਇਹਦਾ ਮਤਲਬ ਕੀ ਹੁੰਦਾ, ਇਹ ਵੀ ਆਪਣਾ ਜਿਹੜਾ ਕਿ 42nd ਅਮੈਂਡਮੈਂਟ 1976 ਦੇ ਵਿੱਚ ਆਪਣਾ ਐਡ ਹੁੰਦਾ ਹੈਗਾ। ਓਕੇ, 42nd ਅਮੈਂਡਮੈਂਟ 1976 ਦੇ ਵਿੱਚ ਐਡ ਹੁੰਦਾ ਸਰਕੂਲਰ, ਜਿਹਦਾ ਮਤਲਬ ਹੁੰਦਾ ਧਰਮ ਨਿਰਪੇਖਤਾ, ਜਿਹਦਾ ਮਤਲਬ ਹੁੰਦਾ ਧਰਮ ਨਿਰਪੇਖਤਾ। ਓਕੇ, ਸੋ ਧਰਮ ਨਿਰਪੇਖਤਾ ਮਤਲਬ ਕਿ ਆਪਣਾ ਜਿਹੜਾ ਦੇਸ਼ ਆ, ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਪਾਏ ਜਾਂਦੇ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਆਪਾਂ ਇੱਕ ਸਟੇਟ ਟੱਪਦੇ ਆ, ਆਪਣੇ ਧਰਮ ਬਦਲ ਜਾਂਦੇ ਆ, ਆਪਣੀ ਲੈਂਗੁਏਜ ਚੇਂਜ ਹੋ ਜਾਂਦੀ ਹੈਗੀ, ਆਪਣੇ ਪਹਿਰਾਵਾ, ਕਲਚਰ ਸਭ ਕੁਝ ਚੇਂਜ ਹੋ ਜਾਂਦਾ। ਸੋ ਇੱਕ ਸਟੇਟ ਦੇ ਵਿੱਚ ਵੀ ਆਪਣੇ ਵੱਖ-ਵੱਖ ਧਰਮ ਪਾਏ ਜਾਂਦੇ ਹੈਗੇ। ਆਪਾਂ ਇੱਕ ਮੁਹੱਲੇ ਦੇ ਵਿੱਚ ਰਹਿੰਦੇ ਆ, ਆਪਾਂ ਇੱਕ ਕਲੋਨੀ ਦੇ ਵਿੱਚ ਰਹਿੰਦੇ ਹੈਗੇ। ਸੋ ਆਪਣੇ ਘਰ ਦੇ ਨਾਲ ਵਾਲਾ ਘਰ ਵਾਲੇ ਵੀ ਉਹ ਵੀ ਅਲੱਗ ਧਰਮ ਮੰਨਦੇ ਆ। ਕਈ ਵਾਰੀ ਏਦਾਂ ਹੁੰਦਾ ਨਾ, ਸ਼ਹਿਰਾਂ ਦੇ ਵਿੱਚ ਹੁੰਦਾ, ਪਿੰਡਾਂ ਦੇ ਵਿੱਚ ਆਈ ਥਿੰਕ ਨਹੀਂ ਹੁੰਦਾ ਇਹ ਚੀਜ਼ਾਂ। ਸੋ ਇਹ ਚੀਜ਼ਾਂ ਦੇਖਦੇ ਆਂਗੇ ਆਪਾਂ ਕਿ ਆਪਣੇ ਮਤਲਬ ਕਿ ਗਲੀ-ਗਲੀ ਦੇ ਵਿੱਚ ਅਲੱਗ-ਅਲੱਗ ਧਰਮ ਦੇ ਲੋਕ ਪਾਏ ਜਾਂਦੇ ਨੇ। ਸੋ ਧਰਮ ਨਿਰਪੇਖਤਾ ਪਾਈ ਜਾਂਦੀ ਹੈ। ਸੋ ਇਸ ਕਰਕੇ ਸਰਕਾਰ ਨੇ ਕੀ ਫੈਸਲਾ ਲਿਆ ਕਿ ਜਿਹੜਾ ਇੰਡੀਆ ਹੈਗਾ, ਇੰਡੀਆ ਦਾ ਕੋਈ ਧਰਮ ਨਹੀਂ ਹੋਊਗਾ, ਭਾਰਤ ਦਾ ਕੋਈ ਵੀ ਰਿਲੀਜਨ ਨਹੀਂ ਹੋਊਗਾ। ਸੋ ਨੋ ਰਿਲੀਜਨ,
ਸੋ ਭਾਰਤ ਦਾ ਕੋਈ ਧਰਮ ਨਹੀਂ ਹੋਊਗਾ, ਭਾਰਤ ਦਾ ਕੋਈ ਰਿਲੀਜਨ ਨਹੀਂ ਹੋਊਗਾ। ਸੋ ਜਿਹੜੀਆਂ ਭਾਰਤ ਦਾ ਪਰ ਕੋਈ ਰਿਲੀਜਨ ਨਹੀਂ ਹੋਊਗਾ, ਇੱਕ ਸਪੈਸੀਫਿਕ ਧਰਮ ਨਹੀਂ ਹੋਊਗਾ ਜਿਹਨੂੰ ਆਪਾਂ ਕਹਿ ਸਕੀਏ ਕਿ ਰਾਸ਼ਟਰੀ ਧਰਮ ਆਪਣੀ ਇੰਡੀਆ ਦਾ ਇਹ ਹੈਗਾ। ਲੇਕਿਨ ਭਾਰਤ ਦਾ ਕੋਈ ਨਹੀਂ ਹੋਊਗਾ। ਜਿਹੜੇ ਭਾਰਤ ਦੇ ਅੰਦਰ ਲੋਕ ਰਹਿ ਰਹੇ ਹੈਗੇ ਉਹਨਾਂ ਨੂੰ ਫਰੀडम ਹੋਊਗੀ। ਕਾਹਦੀ ਫਰੀडम ਹੋਊਗੀ? ਉਹ ਕਿਸੇ ਵੀ ਪ੍ਰੈਕਟਿਸ ਦੇ ਵਿੱਚ ਜਾ ਸਕਦੇ ਆ, ਕੋਈ ਵੀ ਰਿਲੀਜਨ ਆਪਣਾ ਅਪਣਾ ਸਕਦੇ ਹੈਗੇ, ਕੋਈ ਵੀ ਰਿਲੀਜਨ ਦੇ ਵਿੱਚ ਜਾ ਕੇ ਆਪਣੀ ਕੋਈ ਵੀ ਆਪਣੀ ਜਿਹੜੀ ਇਨਵੋਲਵਮੈਂਟ ਹੁੰਦੀ ਹੈ ਕਿ ਆਪਣਾ ਕੋਈ ਪੈਸਾ ਦੇਣਾ ਜਾਂ ਆਪਣੇ ਇੰਸਟੀਚਿਊਟ ਨੂੰ ਓਪਨ ਕਰਨਾ। ਸੋ ਇਹ ਸਾਰੇ ਕੰਮ ਕਰ ਸਕਦੇ ਆ। ਓਕੇ, ਸੋ ਆਪਣੇ ਸਰਕੂਲਰ ਦੇ ਵਿੱਚ ਕੀ ਕਿਹਾ ਗਿਆ, ਆਪਣੇ ਧਰਮ ਨਿਰਪੇਖਤਾ ਦੇ ਵਿੱਚ ਕਿਹਾ ਗਿਆ ਕਿ ਆਪਣਾ ਜਿਹੜਾ ਰਿਲੀਜਨ ਹੈਗਾ, ਆਪਣਾ ਧਰਮ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਣੀ। ਇੰਡੀਆ ਗਵਰਨਮੈਂਟ ਆ ਜਿਹੜੀ, ਗਵਰਨਮੈਂਟ ਵੱਲੋਂ ਕੋਈ ਇੱਕ ਧਰਮ ਨੂੰ ਮਾਨਤਾ ਨਹੀਂ ਦਿੱਤੀ ਗਈ। ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਆ ਤੇ ਜਿਹੜੇ ਇੰਡੀਆ ਦੇ ਲੋਕ ਆ, ਇੰਡੀਆ ਦੇ ਪੀਪਲ ਆ, ਉਹ ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ, ਕਿਸੇ ਵੀ ਧਰਮ ਵੱਲ ਜਾ ਸਕਦੇ ਨੇ। ਓਕੇ, ਸੋ ਇਹ ਕਿਹਦੇ ਵਿੱਚ ਕਿਹਾ ਗਿਆ? ਇਹ ਆਪਣਾ ਸਰਕੂਲਰ ਦੇ ਵਿੱਚ ਐਡ ਆਨ ਕੀਤਾ ਗਿਆ। ਸੋ ਨੈਕਸਟ ਆਪਾਂ ਦੇਖਦੇ ਆ ਆਪਣਾ ਫੋਰਥ ਵਰਡ ਕਿਹੜਾ ਹੈਗਾ। ਹਾਂ, ਥੋੜਾ ਥੱਲੇ ਹੋ ਗਿਆ, ਬਹੁਤ ਆ ਗਿਆ। ਸੋ ਆਪਾਂ ਫੋਰਥ ਵਰਡ ਦੇਖਦੇ ਆ। ਆਪਣਾ ਫੋਰਥ ਵਰਡ ਕੀ ਹੈ? ਡੈਮੋਕ੍ਰੈਟਿਕ, ਜਿਹਨੂੰ ਆਪਾਂ ਕਹਿੰਦੇ ਲੋਕਤੰਤਰ। ਤੁਹਾਨੂੰ ਸਾਰਿਆਂ ਨੂੰ ਪਤਾ ਲੋਕਤੰਤਰ ਦਾ ਮਤਲਬ ਕੀ ਹੁੰਦਾ ਹੈਗਾ। ਲੋਕਤੰਤਰ ਦਾ ਮਤਲਬ ਹੁੰਦਾ ਡੈਮੋਕ੍ਰੇਸੀ। ਮੀਨਿੰਗ ਹੋ ਗਿਆ ਡੈਮੋਕ੍ਰੇਸੀ ਕਿ ਲੋਕਾਂ ਦੁਆਰਾ, ਲੋਕਾਂ ਲਈ ਤੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਲਈ ਚੁਣੀ ਗਈ ਸਰਕਾਰ। ਕਿ ਲੋਕਾਂ ਦੁਆਰਾ, ਲੋਕ ਆਪਾਂ ਜਿਹੜੇ ਪੀਪਲ ਆ, ਆਮ ਪੀਪਲ ਆ, ਆਪਾਂ ਇਲੈਕਸ਼ਨ ਕਰਕੇ ਆਪਾਂ ਆਪਣੇ MP, ਆਪਣੇ MLA, ਆਪਣੇ ਸਰਪੰਚ ਇਹਨਾਂ ਨੂੰ ਚੁਣਦੇ ਆਂਗੇ। ਸੋ ਇਹ ਕੀ ਕਰਦੇ ਆ? ਇਹ ਆਪਣੇ ਹਿੱਤ ਲਈ ਕੰਮ ਕਰਦੇ ਨੇ, ਆਪਣੇ ਸਮਾਜ ਨੂੰ ਰਨ ਕਰਨ ਵਾਸਤੇ, ਆਪਣੇ ਪੀਸਫੁਲੀ ਸਮਾਜ ਨੂੰ ਰਨ ਕਰਨ ਵਾਸਤੇ ਕੰਮ ਕਰਦੇ ਨੇ। ਸੋ ਡੈਮੋਕ੍ਰੈਟਿਕ ਦਾ ਮਤਲਬ ਹੋ ਗਿਆ ਕਿ ਲੋਕਤੰਤਰ, ਕਿ ਜਿਹੜੇ ਆਪਣੇ MLA ਆ, MP ਨੇ ਜਾਂ ਫਿਰ ਆਪਣੇ ਸਰਪੰਚ ਨੇ, MC ਨੇ, ਸੋ ਇਹਨਾਂ ਨੂੰ ਕੌਣ ਚਾਹੁੰਦਾ ਹੈਗਾ? ਇਹਨਾਂ ਨੂੰ ਆਪਾਂ ਆਪ ਚਾਹੁੰਦੇ ਆ। ਆਪਣੇ ਕੋਲੇ ਕੋਈ ਮਨਾਰਕੀ ਨਹੀਂ ਹੈਗੀ। ਮਨਾਰਕੀ ਹੈਰੀਟਰੀ ਮਤਲਬ ਕਿ ਜਿੱਦਾਂ ਆਪਣੇ ਰਾਜੇ ਮਹਾਰਾਜੇ ਹੁੰਦੇ ਸੀ ਨਾ ਕਿ ਰਾਜਾ ਦਾ ਬੇਟਾ ਰਾਜਾ ਬਣੂਗਾ। ਆਪਣੀ ਕੋਈ ਮੂਵੀ ਵੀ ਆ ਗਿਆ, ਆਈ ਥਿੰਕ 26 ਪਤਾ ਨਹੀਂ ਐਦਾਂ ਕੁਛ ਮੂਵੀ ਹੈਗੀ ਜਿਹਦੇ ਵਿੱਚ ਕਹਿੰਦਾ ਰਾਜਾ ਕਰ ਬੇਟਾ ਰਾਜਾ ਨਹੀਂ ਬਣੇਗਾ, ਹੈ ਨਾ। ਸੋ ਉਹ ਵਾਲਾ ਕੰਮ ਨਹੀਂ ਹੈਗਾ ਕਿ ਰਾਜਾ ਦਾ ਬੇਟਾ ਰਾਜਾ ਨਹੀਂ ਬਣੂਗਾ। ਸੋ ਰਾਜਾ ਕੌਣ ਬਣੂਗਾ? ਜੋ ਹੱਕਦਾਰ ਆ। ਹੱਕਦਾਰ ਕੌਣ ਆ? ਜੋ ਇਲੈਕਸ਼ਨ ਦੇ ਥਰੂ ਇੰਡੀਆ ਦੇ ਵਿੱਚ ਆਇਆਗਾ। ਸੋ ਜੋ ਇਲੈਕਟ ਹੋ ਕੇ ਆਪਣੀ ਇੰਡੀਆ ਗਵਰਨਮੈਂਟ ਦੇ ਵਿੱਚ ਆਇਆ, ਸਰਕਾਰ ਦੇ ਵਿੱਚ ਆਇਆ, ਮੈਜੋਰਟੀ ਲੈ ਕੇ ਜਿਹਨੇ ਸਰਕਾਰ ਬਣਾਈ ਆ, ਉਹੀ ਰਾਜਾ ਬਣੂਗਾ। ਓਕੇ, ਸੋ ਲੋਕ ਉਹਨੂੰ ਰਾਜਾ ਬਣਾਉਣਗੇ ਲੇਕਿਨ ਰਾਜਾ ਦਾ ਬੇਟਾ ਰਾਜਾ ਨਹੀਂ ਬਣੂਗਾ। ਓਕੇ, ਸੋ ਇਹ ਗੱਲ ਕਿੱਥੋਂ ਪ੍ਰੂਵ ਹੁੰਦੀ ਹੈ? ਇਹ ਗੱਲ ਪ੍ਰੂਵ ਹੁੰਦੀ ਹੈ ਆਪਣੀ ਡੈਮੋਕ੍ਰੈਟਿਕ ਤੋਂ, ਲੋਕਤੰਤਰ ਤੋਂ ਸ਼ੁਰੂ ਹੁੰਦੀ ਹੈ ਕਿ ਜੋ ਹੱਕਦਾਰ ਹੈ, ਜੋ ਇਲੈਕਸ਼ਨ ਦੇ ਥਰੂ ਆਪਣੀ ਮੈਜੋਰਟੀ ਲੈ ਕੇ ਆਊਗਾ, ਉਹੀ ਆਪਣੀ ਸਰਕਾਰ ਚਲਾਊਗਾ, ਉਹੀ ਪਾਵਰ ਦੇ ਵਿੱਚ ਬੈਠੂਗਾ। ਓਕੇ, ਐਦਾਂ ਨਹੀਂ ਹੈਗਾ ਕਿ ਕੋਈ ਉੱਤਰਾਧਿਕਾਰੀ ਬਹਿ ਜੂ ਕਿ ਜਿਹਦਾ ਪਿਓ ਸੀਗਾ ਪਹਿਲਾਂ ਉਹਦਾ ਹੀ ਮੁੰਡਾ ਆਪਣਾ ਗੱਦੀ ਤੇ ਬਹਿ ਜੂ, ਐਦਾਂ ਨਹੀਂ ਹੁੰਦਾ। ਓਕੇ, ਸੋ ਡੈਮੋਕ੍ਰੇਟ ਦਾ ਮਤਲਬ ਵੀ ਸਮਝ ਗਏ ਤੁਸੀਂ। ਸੋ ਫਿਫਥ ਵਰਡ ਆ ਜਿਹੜਾ, ਸੋ ਫਿਫਥ ਵਰਡ ਜਿਹੜਾ ਆਪਣਾ ਐਡ ਹੋਇਆ ਜਿਹਨੂੰ ਆਪਾਂ ਕਹਿੰਦੇ ਰਿਪਬਲਿਕ। ਰਿਪਬਲਿਕ ਦਾ ਮਤਲਬ ਹੁੰਦਾ ਗਣਤੰਤਰ। ਰਿਪਬਲਿਕ ਦਾ ਮਤਲਬ ਹੈ ਗਣਤੰਤਰ। ਰਿਪਬਲਿਕ ਕਿਵੇਂ? ਕਿ ਜਿਹੜਾ ਆਪਣਾ ਇੰਡੀਆ, ਆਪਣਾ ਪਹਿਲਾਂ ਇੰਡੀਆ ਦਾ ਨਾਮ ਪਤਾ ਕੀ ਹੈਗਾ? ਕਨਸਟੀਟਿਊਸ਼ਨ ਦੇ ਵਿੱਚ ਦੇਖਿਆ ਹੋਵੇ ਜਾਂ ਕਈ ਥਾਵਾਂ ਤੇ ਦੇਖਿਆ ਹੋਵੇ ਤਾਂ ਲਿਖਿਆ ਜਾਂਦਾ ਦ ਰਿਪਬਲਿਕ ਆਫ ਇੰਡੀਆ। ਸੋ ਰਿਪਬਲਿਕ ਆਫ ਇੰਡੀਆ ਮਤਲਬ ਕੀ ਹੈ? ਕਿ ਉਰੇ ਜਿਹੜਾ ਵੀ ਕੁਝ ਹੁੰਦਾ ਹੈਗਾ ਆਪਣਾ ਇਲੈਕਸ਼ਨ ਦੇ ਥਰੂ ਹੁੰਦਾ। ਜਿਹੜਾ ਆਪਣਾ ਰੀਅਲ ਪਾਵਰ ਹੈ ਜਿਹੜੀ ਇੰਡੀਆ ਦੀ, ਉਹ ਕਿਹਦੇ ਕੋਲ ਹੈਗੀ? ਉਹ ਆਪਣੀ ਕੋਲ ਹੈਗੀ ਹੈ PM ਕੋਲੇ। ਤੇ ਆਪਣਾ PM ਕੌਣ ਹੈਗਾ? ਨਰਿੰਦਰ ਮੋਦੀ। ਤੇ ਜਿਹੜਾ ਨੋਮੀਨੇਟਡ ਹੁੰਦਾ ਹੈਗਾ, ਨੋਮੀਨੇਟਡ ਆਪਣਾ ਨੋਮੀਨਲ ਪਾਵਰ ਹੁੰਦੀ ਹੈ। ਜਿਹੜੀ ਨੋਮੀਨਲ ਪਾਵਰ ਹੁੰਦੀ ਹੈ ਮਤਲਬ ਕਿ ਇੱਕ ਕਹਿਣ ਦੀ ਪਾਵਰ ਹੈਗੀ ਲੇਕਿਨ ਪਿੱਛੋਂ ਰਹਿ ਕੇ ਜਿਹੜਾ ਕੰਮ ਕਰ ਰਿਹਾ ਉਹ ਕਿਹੜੀ ਕੋਲ ਹੈਗੀ? ਉਹ ਆਪਣੀ ਕੋਲ ਹੁੰਦੀ ਹੈਗੀ ਪ੍ਰੈਜ਼ੀਡੈਂਟ ਕੋਲੇ। ਸੋ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਭਾਰਤ ਦੇ ਸੰਵਿਧਾਨ ਦੇ ਜਿਹੜਾ ਹੈਗੀ। ਸੋ ਇਹਨਾਂ ਦੋਨਾਂ ਪਰਸਨ ਨੂੰ ਕੌਣ ਚਾਹੁੰਦਾ ਹੈਗਾ? ਸੋ ਜੋ ਆਪਣੇ ਭਾਰਤ ਦਾ ਜਿਹੜਾ ਕਿ ਸਭ ਤੋਂ ਵੱਡੀਆਂ ਪਾਵਰਸ ਨੇ, ਜਿਹੜਾ ਆਪਣੇ ਦੇਸ਼ ਨੂੰ ਰਨ ਕਰਦੇ ਆ, ਕੌਣ ਰਨ ਕਰਦੇ ਆ? ਆਪਣੇ PM ਤੇ ਆਪਣੇ ਪ੍ਰੈਜ਼ੀਡੈਂਟ। ਸੋ ਦੇਸ਼ ਨੂੰ ਕੌਣ ਚਲਾਉਂਦੇ? ਆਪਣੀ ਪਾਵਰ ਦੇ ਵਿੱਚ ਜਿਹੜੀ ਹੈਗੀਆਂ ਸਰਕਾਰਾਂ, ਉਹਨਾਂ ਦਾ PM ਪਲੱਸ ਆਪਣੇ ਪ੍ਰੈਜ਼ੀਡੈਂਟ ਆਪਣੇ ਦੇਸ਼ ਨੂੰ ਚਲਾਉਂਦੇ ਨੇ। ਸੋ ਉਹ ਕਿੱਦਾਂ ਆਉਂਦੇ ਹੈਗੇ ਆਪਣੇ ਦੇਸ਼ ਦੀ ਚਲਾਉਣ ਵਾਸਤੇ? ਮੈਜੋਰਟੀ ਦੇ ਵਿੱਚ। ਮੈਜੋਰਟੀ ਦੇ ਵਿੱਚ ਕਿਵੇਂ ਆਉਂਦੇ ਹੈਗੇ? ਆਪਾਂ ਉਹਨੂੰ ਇਲੈਕਟ ਕਰ ਦਿਆਂਗੇ, ਆਪਾਂ ਵੋਟਾਂ ਕਰਦੇ ਹਾਂ। ਸੋ ਵੋਟਾਂ ਦੇ ਥਰੂ ਉਹ ਆਉਂਦੇ ਹੈਗੇ। ਸੋ ਥਰੂ ਉਹ ਇਲੈਕਸ਼ਨ ਆਉਂਦੇ ਹੈਗੇ। ਸੋ ਥਰੂ ਇਲੈਕਸ਼ਨ ਆਉਂਦੇ ਹੈਗੇ ਤਾਂ ਕਰਕੇ ਜਿਹੜਾ ਆਪਣਾ ਦੇਸ਼ ਆ ਉਹ ਰਿਪਬਲਿਕ ਹੈਗਾ, ਨਾ ਕਿ ਆਪਣੇ ਦੇਸ਼ ਨੂੰ ਹੈਰੀਟੇਜ ਨਾਲ ਪ੍ਰੋਵਾਈਡ ਕੀਤਾ ਹੈ ਕਿ ਆਪਣਾ ਜਿਵੇਂ ਕਿਹਾ ਸੀ ਨਾ ਤੁਹਾਨੂੰ ਕਿ ਰਾਜਾ ਦਾ ਬੇਟਾ ਰਾਜਾ, ਹੈ ਨਾ, ਐਦਾਂ ਨਹੀਂ ਹੈਗਾ। ਉੱਤਰਾਧਿਕਾਰੀ ਵਾਲਾ ਕੰਮ ਨਹੀਂ ਹੈਗਾ। ਸੋ ਜਿਹੜਾ ਹੱਕਦਾਰ ਹੈ, ਜਿਹਨੂੰ ਵੋਟਾਂ ਦੇ ਥਰੂ ਜਿਹੜਾ ਆਉਂਦਾ ਹੈਗਾ ਮੂਹਰੇ, ਉਹੀ ਆਪਣਾ ਕੀ ਰਾਜਾ ਬਣਦਾ ਹੈਗਾ, ਉਹੀ ਆਪਣੇ ਦੇਸ਼ ਨੂੰ ਚਲਾਉਂਦਾ। ਓਕੇ, ਨੋ ਮੋਨਾਰਕੀ, ਨੋ ਹੈਰੀਡਿਟੀ, ਓਨਲੀ ਰਿਪਬਲਿਕ। ਓਕੇ, ਮੋਨਾਰਕੀ ਕੀ ਹੁੰਦੀ ਹੈਗੀ? ਕਿ ਜਿੱਥੇ ਲੇਡੀਜ਼ ਕੋਈ ਆਉਂਦੀ ਹੈਗੀ, ਜਿਵੇਂ ਆਪਣਾ ਯੂਕੇ ਦੇ ਵਿੱਚ ਮੋਨਾਰਕੀ ਹੈਗੀ। ਠੀਕ ਹੈ, ਸੋ ਲੋਕਤੰਤਰ ਇਹੀ ਹੁੰਦਾ ਆਪਣਾ। ਓਕੇ, ਸੋ ਨੈਕਸਟ ਆਪਣਾ ਸਿਕਸਥ ਵਰਡ। ਸੋ ਸਿਕਸਥ ਵਰਡ ਕੀ ਹੈਗਾ ਆਪਣਾ? ਜਸਟਿਕ। ਸੋ ਜਸਟਿਕ ਕੀ ਹੁੰਦਾ? ਨਿਆਂ। ਨਿਆਂ ਕਿਵੇਂ? ਮਤਲਬ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਨੂੰ ਆਪਾਂ ਨਿਆਂ ਦਿਵਾਉਣਾਗਾ।
ਕਿਸੇ ਨਾਲ ਕੋਈ ਵੀ ਧੱਕਾ ਨਹੀਂ ਹੋਊਗਾ, ਕਿਸੇ ਨਾਲ ਕੋਈ ਵੀ ਜਿਹੜਾ ਕੰਮ ਆ ਫੋਰਸਫੁਲੀ ਨਹੀਂ ਕਰਾਇਆ ਜਾਊਗਾ। ਇਕਨੋਮਿਕਲੀ, ਪੋਲੀਟੀਕਲੀ ਤੇ ਆਪਣਾ ਸੋਸ਼ਲ ਜੀ, ਸਮਾਜਿਕ ਤੇ ਆਪਣਾ ਵਿੱਤ ਦੇ ਹਿਸਾਬ ਨਾਲ ਤੇ ਆਪਣਾ ਰਾਜਨੀਤਿਕ, ਇਹਨਾਂ ਤਿੰਨਾਂ ਦੇ ਹਿਸਾਬ ਦੇ ਨਾਲ ਆਪਣਾ ਤਿੰਨ ਚੀਜ਼ਾਂ ਨੂੰ ਮੇਨ ਰੱਖ ਕੇ ਜਿਹੜਾ ਕਿ ਸਾਰਿਆਂ ਨੂੰ ਜਸਟਿਸ ਮਿਲੂਗਾ, ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਹੋਊਗਾ। ਸੋ ਭੇਦਭਾਵ ਵਾਲਾ ਵਰਕਾ ਪਾੜ ਦੋ। ਆਪਣੀ ਇਤਿਹਾਸ ਦੇ ਵਿੱਚ ਬਹੁਤ ਭੇਦਭਾਵ ਹੁੰਦਾ ਸੀ, ਲੇਕਿਨ ਆਜ਼ਾਦੀ ਤੋਂ ਬਾਅਦ ਕੋਈ ਵੀ ਭੇਦਭਾਵ ਨਹੀਂ ਹੋਊਗਾ। ਇਕਨੋਮਿਕਲੀ, ਪੋਲੀਟੀਕਲੀ ਤੇ ਸੋਸ਼ਲਿਸਟਿਕਲੀ ਆਪਣਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਬੰਦੇ ਨਾਲ ਭੇਦਭਾਵ ਨਹੀਂ ਹੋਊਗਾ। ਜਿਹਦੇ ਨਾਲ ਹੋ ਰਿਹਾ ਉਹਨੂੰ ਸਾਰਾ ਕੁਝ ਜਸਟਿਸ ਮਿਲੂਗਾ। ਸੋ ਜਸਟਿਸ ਮਿਲੂਗਾ, ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਹੋਊਗਾ। ਸੋ ਇਹ ਆਪਣਾ 6th ਵਰਡ ਸੀਗਾ। ਨੈਕਸਟ ਆਪਾਂ ਦੇਖਦੇ ਹਾਂ ਆਪਣਾ 7th ਵਰਡ ਕਿਹੜਾ ਹੈਗਾ। ਸੋ 3 ਵਰਡ ਰਹਿ ਗਏ ਆਪਣੇ। ਸੋ ਆਪਣਾ ਜਿਹੜਾ 7th ਵਰਡ ਹੈ, 7th ਵਰਡ ਆਪਣਾ ਇੰਟੀਗ੍ਰੇਟਿਵ। ਇੰਟੀਗ੍ਰੇਟਿਵ ਮਤਲਬ ਹੁੰਦਾ ਆਪਣਾ ਭਾਈਚਾਰਾ, ਕਿ ਜਿਹੜੇ ਇੰਡੀਆ ਦੇ ਪੀਪਲ ਨੇ, ਇੰਡੀਆ ਦੇ ਲੋਕ ਨੇ, ਜਿਹੜੇ ਇੰਡੀਆ ਦੇ ਅੰਦਰ ਰਹਿ ਰਹੇ ਨੇ, ਚਾਹੇ ਉਹ NRI ਦੇ ਥਰੂ ਆਏ ਹੋਣ, ਭਾਵੇਂ ਕਿਵੇਂ ਵੀ ਆਏ ਹੋਣ, ਲੇਕਿਨ ਜਿਹੜੇ ਇੰਡੀਆ ਦੇ ਵਿੱਚ ਰਹਿ ਰਹੇ ਨੇ ਉਹ ਇੱਕ ਦੂਜੇ ਨਾਲ ਭਾਈਚਾਰਾ ਬਣਾ ਕੇ ਰੱਖਣਗੇ। ਉਹ ਇੱਕ ਦੂਜੇ ਦੇ ਪ੍ਰਤੀ ਆਪਣੀ ਕੋਈ ਵੀ ਭੇਦਭਾਵ ਵਾਲੀ ਗੱਲ ਨੂੰ ਨਹੀਂ ਕਰਨਗੇ, ਕਿਉਂਕਿ ਉਸ ਟਾਈਮ ਜਿਹੜਾ ਕਿ ਆਪਣਾ ਦੇਸ਼ ਹੈਗਾ ਬਹੁਤ ਹੀ ਭੇਦਭਾਵ ਹੁੰਦੇ ਸੀ। ਆਪਣੇ ਦੇਸ਼ ਦੇ ਵਿੱਚ ਕਾਸਟ ਦੇ ਹਿਸਾਬ ਨਾਲ ਬਹੁਤ ਹੀ ਡਿਮਾਂਡ ਤੇ ਵੰਡਿਆ ਹੋਇਆ ਸੀਗਾ। ਸੋ ਇਸ ਚੀਜ਼ ਨੂੰ ਕਰਦੇ ਹੋਏ ਉਹਨਾਂ ਨੇ ਫੈਟਰਨਿਟੀ ਵਰਡ ਨੂੰ ਇੰਟਰੋਡਿਊਸ ਕਰਿਆ ਤੇ ਭਾਈਚਾਰੇ ਨੂੰ ਇੰਟਰੋਡਿਊਸ ਕਰਿਆ। ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆਗਾ ਸ਼ੁਰੂਆਤ ਦੇ ਵਿੱਚ ਜਿਹੜਾ ਇਹ ਵਰਡ ਆ ਕਿਵੇਂ ਐਡ ਹੋਇਆ। ਇਹ ਵਰਡ ਆਪਣਾ ਐਡ ਹੋਇਆਗਾ 42nd ਅਮੈਂਡਮੈਂਟ। 42nd ਅਮੈਂਡਮੈਂਟ ਕਦੋਂ ਹੁੰਦੀ ਆ? 1976 ਦੇ 1976 ਦੇ ਵਿੱਚ ਆਪਣੀ 42nd ਅਮੈਂਡਮੈਂਟ ਹੁੰਦੀ ਹੈ, ਜਿਹਦੇ ਵਿੱਚ ਇੰਟੀਗ੍ਰੇਟਿਡ ਵਰਡ ਨੂੰ ਐਡ ਕੀਤਾ ਜਾਂਦਾ। ਸੋ ਇਹਦਾ ਮਤਲਬ ਕੀ ਆ? ਭਾਈਚਾਰਾ, ਕਿ ਜਿਹੜੇ ਇੰਡੀਆ ਦੇ ਲੋਕ ਆ ਇੱਕ ਦੂਜੇ ਨਾਲ ਭਾਈਚਾਰਾ ਬਣਾ ਕੇ ਰੱਖਣਗੇ, ਇੱਕ ਦੂਜੇ ਨਾਲ ਪੂਰੇ ਭਰਾਵਾਂ ਵਾਲਾ ਪਿਆਰ ਬਣਾ ਕੇ ਰੱਖਣਗੇ, ਕੋਈ ਵੀ ਲੜੂਗਾ ਨਹੀਂ, ਪੀਸਫੁਲੀ ਆਪਣਾ ਕੰਮ ਕਰਨਗੇ ਤੇ ਇੱਕ ਦੂਜੇ ਦੀ ਹੈਲਪ ਕਰਨਗੇ। ਓਕੇ, ਨਾ ਕਿ ਜਿਵੇਂ ਦੇਸ਼ ਦੇ ਵਿੱਚ ਹੀ ਇੰਟਰਨਲ ਜਿਵੇਂ ਘਰੇਲੂ ਆਪਣੀ ਡੋਮੈਸਟਿਕ ਵਾਇਲੈਂਸ ਹੁੰਦੀ ਹੈਗੀ ਕਿ ਇੱਕ ਦੂਜੇ ਨਾਲ ਜਿਹੜੇ ਯੁੱਧ ਹੁੰਦੇ ਹੈਗੇ ਉਹ ਕੁਝ ਨਹੀਂ ਕਰਨਗੇ, ਜਿੱਦਾਂ ਕਿ ਅਦਰਸ ਦੇਸ਼ ਦੇ ਵਿੱਚ ਹੁੰਦਾ ਹੈਗਾ, ਉਹ ਕੁਝ ਨਹੀਂ ਚੱਲੂਗਾ। ਕਿ ਸੋ ਭਾਈਚਾਰੇ ਨਾਲ ਹੀ ਸਾਰਾ ਵਰਕ ਕਰਨਗੇ ਤੇ ਤਾਈਓ ਆਪਣਾ ਜਿਹੜਾ ਦੇਸ਼ ਆ ਉਹ ਇੱਕ ਬਹੁਤ ਵਧੀਆ ਪਾਵਰ ਬਣ ਕੇ ਉੱਭਰੂਗਾ। ਆਪਣਾ ਜਿਹੜਾ ਦੇਸ਼ ਹੈਗਾ ਉਹ ਡਿਵੈਲਪਡ ਕੰਟਰੀਆਂ ਦੇ ਵਿੱਚ ਆਊਗਾ। ਓਕੇ, ਸੋ ਨੈਕਸਟ ਆਪਣਾ 8th ਵਰਡ ਆ, ਜਿਹੜਾ 8ਵਾਂ ਵਰਡ ਆ ਉਹ ਇਕੁਐਲਿਟੀ। ਕਿ ਜੋ ਇੰਡੀਆ ਦੇ ਅੰਦਰ ਪੀਪਲ ਰਹਿ ਰਹੇ ਹੈਗੇ, ਜੋ ਇੰਡੀਆ ਦੇ ਅੰਦਰ ਲੋਕ ਰਹਿ ਰਹੇ ਹੈਗੇ, ਉਹਨਾਂ ਨੂੰ ਫਸਟ ਆਪਣੇ ਮੌਲਿਕ ਅਧਿਕਾਰ ਦੇ ਵਿੱਚ, ਆਪਣੇ ਫੰਡਾਮੈਂਟਲ ਰਾਈਟਸ ਦੇ ਵਿੱਚ ਵੀ ਕਿਹਾ ਗਿਆ ਹੈਗਾ ਕਿ ਇਕੁਐਲਿਟੀ ਬਿਫੋਰ ਲਾਅ, ਕਿ ਲਾਅ ਸਾਰਿਆਂ ਨਾਲੋਂ ਸੋਹਣਾ ਕੀ ਹੈਗਾ, ਕਿ ਲਾਅ ਸਭ ਨੂੰ ਕੀ ਕਹੂਗਾ? ਇਕੁਐਲਿਟੀ ਪ੍ਰੋਵਾਈਡ ਕਰਾਊਗਾ, ਕਿ ਸਾਰੇ ਜਿਹੜੇ ਦੇਸ਼ ਦੇ ਲੋਕ ਆ ਉਹ ਸਾਰੇ ਇਕੁਅਲ ਆਗੇ, ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਹੋਊਗਾ, ਸਾਰੇ ਸਮਾਨ ਆਗੇ, ਚਾਹੇ ਕੋਈ ਵੀ ਜਾਤੀ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਚਾਹੇ ਉਹ ਬਾਹਰੋਂ ਆਇਆ ਹੋਵੇ, ਚਾਹੇ ਇੰਡੀਆ ਦਾ ਵਾਸੀ ਹੋਵੇ, ਬਾਹਰੋਂ ਵੀ ਆਇਆ ਪਰ ਇੰਡੀਆ ਦੇ ਵਿੱਚ ਵੀ ਰਹਿ ਰਿਹਾ, ਫਿਰ ਵੀ ਉਹਨੂੰ ਇਕੁਐਲਿਟੀ ਪ੍ਰੋਵਾਈਡ ਕਰਾਈ ਜਾਊਗੀ। ਉਹਨੂੰ ਆਪਣੀ ਕਿ ਲਾਅ ਦੇ ਅਕੋਰਡਿੰਗ ਉਹਨੂੰ ਜਿਹੜੇ ਕਿ ਉਹਨੂੰ ਰਾਈਟਸ ਦਿੱਤੇ ਜਾਣਗੇ। ਕੁਝ ਕੁ ਰਾਈਟਸ ਹੈਗੇ ਜਿਹੜੇ ਕਿ ਆਪਾਂ ਬਾਹਰਲਿਆਂ ਨੂੰ ਨਹੀਂ ਦਿੰਦੇ, ਉਹ ਵੀ ਆਪਾਂ ਦੇਖਾਂਗੇ ਤੇ ਤੁਹਾਡੇ ਕੁਐਸਚਨ ਦੇ ਵਿੱਚ ਵੀ, ਪੇਪਰ ਦੇ ਵਿੱਚ ਵੀ ਫਰੇਮ ਹੁੰਦੇ ਨੇ। ਓਕੇ, ਸੋ ਇਕੁਐਲਿਟੀ ਕੀ ਹੈ? ਕਿ ਇੰਡੀਆ ਦੇ ਵਿੱਚ ਜਿੰਨੇ ਵੀ ਪੀਪਲ ਨੇ, ਇੰਡੀਆ ਦੀ ਜਿਹੜੀ ਬਾਉਂਡਰੀ ਹੈਗੀ, ਓਕੇ, ਸੋ ਜਿਹੜੀ ਇੰਡੀਆ ਦੀ ਬਾਉਂਡਰੀ ਹੈਗੀ, ਇੰਡੀਆ ਦੀ ਬਾਉਂਡਰੀ ਦੇ ਅੰਡਰ ਜਿਹੜੇ ਵੀ ਬੰਦੇ ਰਹਿ ਰਹੇ ਹੈਗੇ, ਜਿਹੜੀ ਵੀ ਪਰਸਨ ਰਹਿ ਰਹੇ ਹੈਗੇ, ਜਿੰਨੀ ਵੀ ਪੋਪੂਲੇਸ਼ਨ ਹੈ, ਸਾਰਿਆਂ ਨੂੰ ਇਕੁਐਲਿਟੀ ਪ੍ਰੋਵਾਈਡ ਕਰਾਈ ਜਾਊਗੀ, ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਊਗਾ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਊਗਾ। ਓਕੇ, ਸੋ ਲਾਸਟ ਵਰਡ ਤੁਹਾਡਾ ਕੀ ਹੈਗਾ? ਸੋ ਲਾਸਟ ਵਰਡ ਹੈ ਤੁਹਾਡਾ ਲਿਬਰਟੀ। ਲਿਬਰਟੀ ਦਾ ਮਤਲਬ ਕੀ ਹੈ? ਆਜ਼ਾਦੀ। ਕਿ ਜਿਹੜਾ ਦੇਸ਼ ਆ, ਸਾਡੇ ਦੇਸ਼ ਦੇ ਪੀਪਲ ਆ, ਉਹ ਆਜ਼ਾਦੀ ਨਾਲ ਆਪਣਾ ਰਹਿਣਗੇ, ਜਿਹੜਾ ਆਪਣੀ ਸੰਵਿਧਾਨ ਨੂੰ ਫੋਲੋ ਕਰਨਗੇ, ਕੋਈ ਵੀ ਆਪਣੀ ਕ੍ਰਿਮੀਨਲ ਐਕਟੀਵਿਟੀ ਨਹੀਂ ਕਰਨੀ। ਅਗਰ ਕ੍ਰਿਮੀਨਲ ਐਕਟੀਵਿਟੀ ਕਰਦੇ ਆ ਤਾਂ ਉਹਨਾਂ ਨੂੰ ਸਜ਼ਾ ਮਿਲੂਗੀ। ਸੋ ਸਾਰੇ ਜਿਹੜੇ ਦੇਸ਼ ਦੇ ਲੋਕ ਆ ਉਹ ਆਜ਼ਾਦ ਨੇ, ਕੋਈ ਵੀ ਕਿਸੇ ਦੇ ਅੰਡਰ ਵਰਕ ਨਹੀਂ ਕਰੂਗਾ। ਜਿੱਦਾਂ ਰਾਜੇ ਮਹਾਰਾਜੇ ਹੁੰਦੇ ਸੀ, ਅਲੱਗ-ਅਲੱਗ ਆਪਣੀਆਂ ਜਿਹੜੇ ਪ੍ਰਿੰਸਲੀ ਸਟੇਟ ਹੁੰਦੀਆਂ ਸੀ ਆਜ਼ਾਦੀ ਟਾਈਮ, ਸੋ ਉਦਾਂ ਦਾ ਕੁਝ ਵੀ ਨਹੀਂ ਹੋਊਗਾ। ਸਾਰੇ ਇੱਕ ਹੀ ਦੇਸ਼ ਹੈਗਾ, ਸਾਰੇ ਮਤਲਬ ਕਿ ਇੱਕ ਧਰਮ ਨੂੰ ਗਿਆ। ਸੋ ਸਾਰੇ ਇਹ ਜਿਹੜੇ ਇੱਕ ਸਰਕਾਰ ਨੂੰ ਫੋਲੋ ਕਰਨਗੇ, ਜੋ ਸਰਕਾਰ ਨੇ ਰੂਲ ਬਣਾਤੇ, ਜੋ ਆਪਣੇ ਪਾਰਲੀਮੈਂਟ ਨੇ ਰੂਲ ਪਾਸ ਕਰਤਾ, ਜੋ ਸੰਵਿਧਾਨ ਦੇ ਵਿੱਚ ਐਡ ਹੋ ਗਿਆ, ਸਾਰੇ ਉਸ ਨੂੰ ਹੀ ਫੋਲੋ ਕਰਨਗੇ। ਕਿਸੇ ਦੇ ਅੰਡਰ, ਕਿਸੇ ਦੇ ਪ੍ਰੈਸ਼ਰ ਦੇ ਵਿੱਚ ਕੋਈ ਵੀ ਪਰਸਨ ਕੰਮ ਨਹੀਂ ਕਰੂਗਾ ਜਦੋਂ ਤੱਕ ਉਹਦੀ ਆਪਣੀ ਖੁਦ ਦੀ ਮਰਜ਼ੀ ਨਾ ਹੋਵੇ। ਸੋ ਇਹ ਕਿਹਦੇ ਵਿੱਚ ਐਡ ਕਰਿਆ ਗਿਆ? ਇਹ ਆਪਣੇ 9th ਵਰਡ ਆ ਲਿਬਰਟੀ। ਲਿਬਰਟੀ ਦੇ ਵਿੱਚ ਐਡ ਕਰਿਆ ਗਿਆ। ਓਕੇ, ਸੋ ਇਹ ਤੁਹਾਡੇ ਬੱਚਿਓ 9 ਵਰਡ ਸੀਗੇ। ਸੋ 2 ਮਿੰਟ ਨੈਕਸਟ ਦੇਖ ਲਈ ਆਪਾਂ, ਕੁਝ ਹੈ ਤਾਂ ਨਹੀਂ ਵੈਸੇ ਇੱਕ ਇਹਦੇ ਵਿੱਚ, ਇੱਕ ਦੋ ਚੀਜ਼ਾਂ ਐਡ ਆਨ ਕਰਨੀਆਂ ਉਹ ਆਪਾਂ ਕਰਦੇ ਆਂਗੇ। ਇੱਕ ਵਾਰ ਨੈਕਸਟ ਸਲਾਈਡ ਤੇ ਦੇਖ ਲਈ, ਕੁਝ ਹੈ ਤਾਂ ਨਹੀਂ ਆਪਣਾ। ਬਿਲਕੁਲ ਨੈਕਸਟ ਸਲਾਈਡ ਤੇ ਆਪਣਾ ਕੁਝ ਨਹੀਂ ਹੈਗਾ। ਸੋ ਦੇਖੋ ਹੁਣ ਜਿਹੜੇ ਮੈਂ ਤੁਹਾਨੂੰ ਵਰਡ ਲਿਖਾਇਆ ਇਹ, ਸੋ ਇਹਨਾਂ ਵਰਡ ਦੇ ਵਿੱਚ ਦੇਖੋ, ਪੈਨ ਚੇਂਜ ਕਰੀਏ ਪਹਿਲਾਂ ਤਾਂ ਤੁਹਾਨੂੰ ਸੋਹਣਾ ਜਿਹਾ ਪੈਨ ਲਈਏ। येलो ਤਾਂ ਹੋ ਗਿਆ, ਆ ਲੈਣੇ orange। ਸੋ ਜਿਹੜੇ ਆਪਣੇ ਲਾਸਟ 3 ਵਰਡ ਹੈਗੇ, ਓਕੇ, ਲਾਸਟ ਤੁਹਾਡੇ 3 ਵਰਡ ਨੇ ਕਿਹੜੇ ਕਿਹੜੇ? ਲਿਬਰਟੀ, ਇਕੁਐਲਿਟੀ, ਜਿਆਦਾ ਉੱਪਰ ਚੱਲ ਗਿਆ, ਹਾਂ ਇਹ ਠੀਕ ਆ,
बिल्कुल थोड़ा इधर भी कर दिया आ रहा है स्क्रीन पे हाँ ओके चलो ਜਿਹੜੇ ਤੁਹਾਡੇ ਇਹ ਤਿੰਨ ਵਰਡ ਨੇ ਦਿਖ ਰਿਹਾ ਹੈਗਾ ਸੋ ਤੁਹਾਡੇ ਇਹ ਤਿੰਨ ਵਰਡ ਨੇ ਕਿਹੜੇ ਕਿਹੜੇ ਇੰਟੀਗ੍ਰਿਟੀ ਇਕੁਐਲਿਟੀ ਤੇ ਲਿਬਰਟੀ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਫਰੇਮ ਹੁੰਦਾ ਹੈਗਾ ਤੁਹਾਨੂੰ ਚਾਰ ਵਰਡ ਦਿੱਤੇ ਜਾਂਦੇ ਕਿ ਇਹਨਾਂ ਵਿੱਚੋਂ ਕਿਹੜਾ ਕੀ ਆਪਾਂ ਫ੍ਰੈਂਚ ਜਿਹੜੀ ਫ੍ਰੈਂਚ ਦੇ ਵਿੱਚ ਰਿਵੋਲਟ ਹੋਇਆ ਸੀ ਫ੍ਰੈਂਚ ਦੇ ਵਿੱਚ ਜਿਹੜੀ ਕ੍ਰਾਂਤੀ ਹੋਈ ਸੀ ਉੱਥੋਂ ਨਹੀਂ ਲਏ ਓਕੇ ਸੋ ਤਿੰਨ ਦਿੱਤੇ ਜਾਂਦੇ ਇਹਨਾਂ ਵਿੱਚੋਂ ਇੱਕ ਕਿਹੜਾ ਨਹੀਂ ਦਿੱਤਾ ਇਹ ਕੁਐਸਚਨ ਫਰੇਮ ਹੁੰਦਾ ਸੋ ਜਿਹੜੇ ਇਹ ਤਿੰਨ ਵਰਡ ਨੇ ਆਪਣੇ ਫੈਟਰਨਿਟੀ ਭਾਈਚਾਰਾ ਇਕੁਐਲਿਟੀ ਸਮਾਨਤਾ ਤੇ ਲਿਬਰਟੀ ਆਜ਼ਾਦੀ ਸੋ ਇਹ ਤਿੰਨ ਵਰਡ ਆਪਾਂ ਕਿੱਥੋਂ ਲਿਆਗੇ ਇਹ ਆਪਾਂ ਲਿਆਗੇ ਫ੍ਰੈਂਚ ਰੈਵੋਲੂਸ਼ਨ ਤੋਂ ਲਿਆਗੇ ਕਦੋਂ ਲਿਆ ਇਹ ਆਪਾਂ ਕਿੰਨਾਂ ਤੋਂ ਲਿਆਗੇ ਫ੍ਰੈਂਚ ਤੋਂ ਫਰਾਂਸ ਵਾਲਿਆਂ ਤੋਂ ਲਿਆ ਗਿਆ ਫਰਾਂਸ ਵਾਲੇ ਲੋਕਾਂ ਤੋਂ ਲਿਆ ਤੇ ਕਦੋਂ ਲਿਆ ਇਹ ਲਿਆ ਆਪਾਂ 1789 ਦੇ ਵਿੱਚ ਓਕੇ ਸੋ ਇਹ ਤਿੰਨ ਵਰਡ ਲਿਆ ਆਪਾਂ ਲਾਸਟ ਤਿੰਨ ਵਰਡ ਆਪਣੇ ਜਿਹੜੇ ਕੀ ਹੈਗੇ 7th 8th 9th ਇਹ ਤਿੰਨ ਵਰਡ ਆਪਾਂ ਕਿੱਥੋਂ ਲਿਆ ਗਏ ਇਹ ਆਪਾਂ ਫ੍ਰੈਂਚ ਵਾਲਿਆਂ ਤੋਂ ਲਿਆ ਗਏ ਤੇ ਕਦੋਂ ਲਿਆ ਇਹ 1789 ਦੇ ਵਿੱਚ ਲਿਆ ਗਏ ਤੇ ਜਿਹੜਾ ਇੱਕ ਵਰਡ ਆ ਜਿਹੜਾ 6th ਨੰਬਰ ਦਾ ਵਰਡ ਆ ਆਪਣਾ ਇੱਕ ਵਰਡ ਆ ਇਹ ਆਪਾਂ ਕਿੱਥੋਂ ਲਿਆਗਾ ਇਹ ਆਪਾਂ ਲਿਆਗਾ ਰਸ਼ੀਅਨ ਤੋਂ ਸੋ ਇਹ ਆਪਾਂ ਕਿੰਨਾ ਤੋਂ ਲਿਆ ਇਹ ਆਪਾਂ ਰਸ਼ੀਆ ਵਾਲਿਆਂ ਤੋਂ ਲਿਆਗਾ ਇਹ ਆਪਾਂ ਰਸ਼ੀਅਨਸ ਤੋਂ ਲਿਆਗਾ ਤੇ ਇਹ ਵਰਡ ਆਪਾਂ ਰਸ਼ੀਅਨਸ ਤੋਂ ਕਦੋਂ ਲਿਆਗਾ ਇਹ ਵਰਡ ਆਪਾਂ ਰਸ਼ੀਅਨ ਤੋਂ ਲਿਆਗਾ 1900 ਜਿਹੜਾ ਇਹ ਆਪਾਂ ਵਰਡ ਆ ਕਦੋਂ ਲਿਆ ਇਹ ਆਪਾਂ ਲਿਆ ਆਪਾਂ 1917 ਦੇ ਵਿੱਚ ਤਾਂ 1917 ਦੇ ਵਿੱਚ ਕੀ ਹੁੰਦਾ ਹੈਗਾ ਹਿਸਟਰੀ ਦਾ ਇੱਕ ਬਹੁਤ ਹੀ ਫੇਮਸ ਜਿਹੜਾ ਆਪਣਾ ਮੂਵਮੈਂਟ ਹੁੰਦੀ ਆ ਚੰਪਾਰਨ ਓਕੇ 1917 ਦੇ ਵਿੱਚ ਲਿਆ ਗਿਆ ਇਹ ਰਸ਼ੀਆ ਤੋਂ ਲਿਆ ਆਪਾਂ ਜਿਹੜਾ ਜਸਟਿਕ ਵਰਡ ਆ ਇਹ ਆਪਾਂ 1917 ਦੇ ਵਿੱਚ ਰਸ਼ੀਆ ਤੋਂ ਲਿਆਗਾ ਤੇ ਜਿਹੜੇ ਆਪਣੇ ਤਿੰਨ ਵਰਡ ਆ 7th 8th 9th ਇਹ ਆਪਾਂ ਕਿੰਨਾ ਤੋਂ ਲਿਆ ਗਏ ਇਹ ਆਪਾਂ ਫ੍ਰੈਂਚ ਤੋਂ ਲਿਆ ਗਏ ਫ੍ਰੈਂਚ ਦੇ ਵਿੱਚ ਰਿਵੋਲਟ ਹੋਇਆ ਸੀ ਫ੍ਰੈਂਚ ਰਿਵੋਲਟ ਤੋਂ ਲਿਆ ਗਏ ਸੋ ਕਦੋਂ ਲਿਆ ਇਹ 1789 ਦੇ ਵਿੱਚ ਲਿਆ ਗਏ ਕੁਐਸਚਨ ਫਰੇਮ ਹੁੰਦਾਗਾ ਲਾਸਟ ਵਾਲੇ ਤੋਂ ਤਾਂ ਆਪਣੇ ਜਿਹੜਾ ਆਪਾਂ ਮੈਂ ਦੱਸਿਆ ਤੁਹਾਨੂੰ ਫਰਾਂਸ ਤੋਂ ਲਿਆ ਗਏ ਇਹਨਾਂ ਇੱਥੋਂ ਦਾ ਬਹੁਤ ਜ਼ਿਆਦਾ ਵਾਰੀ ਕੁਐਸਚਨ ਜਿਹੜਾ ਆਪਣੇ ਕੁਐਸਚਨ ਪੇਪਰ ਦੇ ਵਿੱਚ ਆਇਆ ਓਕੇ ਸੋ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਜਿਹੜਾ ਆਪਾਂ ਕਰਿਆਗਾ ਇਹ ਸੋ ਇਹ ਯਾਦ ਕਿਵੇਂ ਕਰਾਂਗੇ ਆਪਾਂ ਦੇਖ ਰਹੇਗਾ ਬਹੁਤ ਛੋਟਾ ਹੋ ਗਿਆ ਦੇਖੋ ਆ ਜਿਹੜੇ ਪਹਿਲੇ ਤਿੰਨ ਵਰਡ ਨੇ ਇਹ ਆਪਾਂ ਕਿਵੇਂ ਯਾਦ ਕਰਾਂਗੇ ਫਸਟ 3 ਵਰਡ ਨੇ ਜਿਹੜੇ ਸੋ ਫਸਟ 3 ਵਰਡ ਨੇ ਪਹਿਲਾਂ ਆਪਾਂ ਦੇਖਾਂਗੇ ਕਿ ਤਿੰਨ ਐਸ ਆਉਂਦੀਆਂ ਹੈਗੀਆਂ ਓਕੇ ਸੋ ਫਸਟ ਕੀ ਆਉਂਦੀਆਂ ਨੇ ਐਸ ਆਉਂਦੀਆਂ ਤੇ ਐਸ ਦੇ ਵਿੱਚ ਵੀ ਆਪਾਂ ਕਿਵੇਂ ਯਾਦ ਰੱਖਾਂਗੇ ਕਿ ਦੇਖੋ ਆ ਯਾਦ ਕਰ ਲਓ 1 2 3 4 5 6 7 8 9 ਪਹਿਲੇ ਦੇ ਵਿੱਚ 9 ਵਰਡ ਆਉਂਦੇ ਹੈਗੇ ਮਤਲਬ ਕਿ ਸਭ ਤੋਂ ਵੱਧ ਆਉਂਦਾ ਜਿਹਦੇ ਵਿੱਚ ਉਹ ਪਹਿਲੇ ਨੰਬਰ ਤੇ ਰਹੂਗਾ ਉਸ ਤੋਂ ਘੱਟ ਆਉਂਦੇ ਉਹ ਸੈਕਿੰਡ ਨੰਬਰ ਤੇ ਰਹੂਗਾ ਉਸ ਤੋਂ ਘੱਟ ਆਉਂਦੇ ਉਹ ਥਰਡ ਨੰਬਰ ਤੇ ਰਹੂਗਾ ਠੀਕ ਹੈ ਸੋ ਪਹਿਲੇ ਤੇ ਕੌਣ ਰਹੂਗਾ ਆਪਣੀਆਂ ਤਿੰਨ ਐਸ ਰਹਿਣਗੀਆਂ ਓਕੇ ਸੋ ਐਸ ਦੇ ਵਿੱਚ ਦੇਖ ਲਓ ਸਾਰਿਆਂ ਨਾਲੋਂ ਵੱਧ ਜਿਹੜੇ ਆਪਣੇ ਵਰਡ ਨੇ ਕਿਹਦੇ ਵਿੱਚ ਆ ਰਹੇ ਨੇ ਆਪਣੇ ਸੋਵਰਨ ਵਿੱਚ ਆ ਰਿਹਾ ਸੋ ਫਸਟ ਨੰਬਰ ਤੇ ਰਹੂਗਾ ਸੈਕਿੰਡ ਸੋਸ਼ਲਿਸਟ ਦੇ ਵਿੱਚ ਉਦੋਂ ਘੱਟ ਆ ਰਿਹਾ ਸੋ ਇਹ ਸੈਕਿੰਡ ਤੇ ਰਹੂਗਾ ਸੋ ਸਰਕੂਲਰ ਦੇ ਵਿੱਚ ਸਭ ਤੋਂ ਘੱਟ ਆ ਰਿਹਾ ਇਹ ਆਪਣਾ ਥਰਡ ਨੰਬਰ ਤੇ ਰਹੂਗਾ ਸੋ ਇਸ ਤੋਂ ਬਾਅਦ ਆਪਾਂ ਯਾਦ ਰੱਖਾਂਗੇ ਡਾਕਟਰ ਕਿ ਡੀਆਰ ਓਕੇ ਡੀਆਰ ਤੋਂ ਆ ਗਿਆ ਡਾਕਟਰ ਡੀ ਤੋਂ ਆ ਗਿਆ ਡੈਮੋਕ੍ਰੈਟਿਕ ਤੇ ਆਰ ਤੋਂ ਆ ਗਿਆ ਆਪਣਾ ਰਿਪਬਲਿਕ ਉਸ ਤੋਂ ਇਸ ਤੋਂ ਬਾਅਦ ਜਿਹੜਾ ਆਪਣਾ ਜਿਹੜੇ ਨੈਕਸਟ ਵਰਡ ਨੇ ਇਹ ਤੁਸੀਂ ਉਦਾਂ ਹੀ ਯਾਦ ਰੱਖ ਲਿਓ ਆਪਣੇ ਜਿਹੜੇ ਰੱਖਣੇ ਹੈਗੇ GIE ਤੇ ਲਾਸਟ ਵਰਡ ਕਿਹੜਾ ਤੁਹਾਡਾ GIE ਤੇ ਲਾਸਟ ਕਿਹੜਾ ਆਪਣਾ ਲਾਸਟ ਆਪਣਾ ਹੈਗਾ L ਠੀਕ ਹੈ ਸੋ ਕਿਹੜਾ ਰੱਖਾਂਗੇ JIEL ਇਹ ਤੁਸੀਂ ਉਦਾਂ ਹੀ ਯਾਦ ਰੱਖ ਲਿਓ ਉਹਨਾਂ ਮੈਂ ਤੁਹਾਨੂੰ 5 ਵਰਡ ਯਾਦ ਕਰਾਤੇ ਸੋ 5 ਤੋਂ ਬਾਅਦ ਨੈਕਸਟ ਜਿਹੜੇ ਤੁਹਾਨੂੰ ਵੀ ਯਾਦ ਹੋ ਜਾਣਗੇ ਸੋ ਜਿਹੜੇ ਨੈਕਸਟ 5 ਹੈਗੇ ਇਹ ਤਾਂ ਆਪਾਂ ਇਹ ਵੀ ਯਾਦ ਰੱਖ ਸਕਦੇ ਹਾਂਗੇ ਕਿ ਆਪਾਂ ਜਿਹੜਾ ਜਸਟਿਕ ਵਰਡ ਕੀ ਤੋਂ ਲਿਆ ਗਿਆ ਤੇ ਨੈਕਸਟ 3 ਵਰਡ ਆਪਾਂ ਕੀ ਤੋਂ ਲਿਆ ਗਏ ਇਹ ਆਪਾਂ ਐਦਾਂ ਵੀ ਯਾਦ ਕਰ ਸਕਦੇ ਹਾਂ ਓਕੇ ਸੋ ਥੈਂਕ ਯੂ ਸੋ ਮਚ ਬੱਚਿਓ ਇਹ ਤੁਹਾਡੀ ਅੱਜ ਦੀ ਕਲਾਸ ਸੀਗੀ ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਤੁਹਾਡੇ ਕਵਰ ਹੋ ਗਏ ਲੇਕਿਨ ਕੁਝ ਪੁਆਇੰਟ ਆਪਣੇ ਜਿਹੜੇ ਰਹਿ ਗਏ ਇਹਦੇ ਵਿੱਚੋਂ ਵੀ ਕਿ ਜਿਹੜਾ ਪ੍ਰੀਐਮਬਲ ਆ ਪ੍ਰੀਐਮਬਲ ਨੂੰ ਕੀ ਕਿਹਾ ਗਿਆ ਕਿਹੜੇ ਜਿਹੇ ਆਪਣੇ ਜਿਹੜੇ ਕਿ ਆਪਣੇ ਮੇਨ ਜਿਹੜੇ ਲੀਡਰ ਹੈਗੇ ਲੀਡਰਸ ਨੇ ਜਿਹੜੇ ਲੇਖਕ ਨੇ ਆਪਣੇ ਉਹਨਾਂ ਨੇ ਪ੍ਰੀਐਮਬਲ ਨੂੰ ਕੀ ਕਿਹਾ ਹੋਇਆ ਇਹ ਸਾਰਾ ਕੁਝ ਆਪਾਂ ਦੇਖਣ ਲਈ ਤੁਸੀਂ ਆਪਣਾ ਜਿਹੜਾ ਬੈਚ ਆਪਾਂ ਬੈਚ ਲਾਂਚ ਕਰ ਰੱਖਿਆ ਪੀਐਸ ਟੈਟ ਵਾਸਤੇ 1 ਪੀਐਸ ਟੈਟ 1 ਤੇ ਪੀਐਸ ਟੈਟ ਸੈਕਿੰਡ ਆਪਾਂ ਬਹੁਤ ਹੀ ਨੋਮੀਨਲ ਪ੍ਰਾਈਸਿਸ ਤੇ ਬਹੁਤ ਹੀ ਘੱਟ ਪ੍ਰਾਈਸਿਸ ਤੇ ਆਪਾਂ ਬੈਚ ਲਾਂਚ ਕਰ ਰੱਖਿਆ ਹੈਗਾ ਜਿਹੜਾ ਕਿ ਪੀਐਸ ਟੈਟ 1 ਪੇਪਰ ਤੁਹਾਨੂੰ ਓਨਲੀ 1500 ਰੁਪਏ ਵਿੱਚ ਪਾਸ ਕਰਾ ਦਿੱਤਾ ਜਾਊਗਾ
ਤੇ ਪੀਐਸਟੈਟ ਸੈਕਿੰਡ ਆ ਤੁਹਾਨੂੰ ਜਿਹੜਾ ਕਿ 2000 ਰੁਪਏ ਦੇ ਵਿੱਚ ਤੁਹਾਨੂੰ ਪਾਸ ਕਰਾ ਦਿੱਤਾ ਜਾਊਗਾ। ਓਕੇ, ਸੋ ਅਗਰ ਤੁਸੀਂ ਇਹ ਬੈਚ ਪਰਚੇਜ ਕਰਨਾ ਤਾਂ ਆਨਲਾਈਨ ਆਪਣਾ ਪਲੇ ਸਟੋਰ ਦੇ ਉੱਪਰ ਜਾ ਕੇ ਸੀ ਵਰਡ ਐਪ ਨੂੰ ਡਾਊਨਲੋਡ ਕਰੋ ਤੇ ਆਪਣਾ ਜਿਹੜਾ ਕਿ ਸੁਪਨੇ ਨੂੰ ਸਾਕਾਰ ਕਰੋ। ਜੋ ਤੁਹਾਡਾ ਜਿਹੜਾ ਕਿ ਮਾਸਟਰ ਕੈਟ ਦਾ ਪੇਪਰ ਕਰਨਾ ਚਾਹੁੰਦੇ ਹੋਗੇ, ਫਸਟ ਆਪਾਂ ਜਿਹੜਾ ਕਿ ਆਪਣੇ ਕੁਆਲੀਫਾਈ ਕਰਨਾ ਚਾਹੁੰਦੇ ਹੋ ਪੀਐਸਟੈਟ 1 ਤੇ ਪੀਐਸਟੈਟ 2, ਤਾਂ ਆਪਣਾ ਅੱਜ ਹੀ ਜੁਆਇਨ ਕਰੋ ਸੀ ਵਰਡ ਐਪਲੀਕੇਸ਼ਨ ਤੇ ਜਾ ਕੇ ਆਪਣਾ ਕੋਰਸ। ਤੇ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਜਿਹੜੀ ਤੁਹਾਡੀ ਨੰਬਰ ਥੱਲੇ ਲਾਈਨ ਚੱਲ ਰਹੀ ਹੈ ਸਕਰੋਲ ਹੋ ਰਹੀ ਆ, ਸੋ ਉਹਦੇ ਉੱਪਰ ਨੰਬਰ ਮੈਂਸ਼ਨ ਨੇ ਕਿ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਤਾਂ ਆਪਾਂ ਉੱਥੋਂ ਆਪਣੇ ਡਾਊਟਸ ਕਲੀਅਰ ਕਰ ਸਕਦੇ ਹਾਂ। ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ।